ਮੰਨੋਗੇ ਨਹੀਂ, ਮੋਨੀਆ ਨਾਮ ਦੀ ਕੁੜੀ ਸੀ। ਉਹ ਕੁੜੀ ਨੇ ਇੰਨੀ ਸਿਫਾਰਿਸ਼ ਲਵਾ ਕੇ ਅੱਜ ਮੈਨੇਜਰ ਬਣੀ ਆ। ਉਹ ਕੋਈ ਉਹਦੇ ਲਈ ਹੈ? ਸਾਡੇ 73 ਪੁਆਇੰਟ ਨੰਬਰ ਹੈ, ਕੁਛ ਨਹੀਂ ਮਿਲ ਰਿਹਾ ਸਾਨੂੰ। ਰੀਇੰਪਲਾਇਡ ਕਲਚਰ ਹੈ ਜਿਹੜਾ ਬੰਦ ਹੋਣਾ ਚਾਹੀਦਾ। 58 ਸਾਲ ਤੋਂ ਬਾਅਦ ਜਦੋਂ ਸਰਕਾਰੀ ਮੁਲਾਜ਼ਮ ਜਾਂ ਅਫਸਰ ਰਿਟਾਇਰ ਹੋ ਜਾਂਦੇ ਨੇ, ਉਹ ਜਾ ਕੇ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਵਿੱਚ ਐਕਸਟੈਂਸ਼ਨ ਦੇ ਤੌਰ ਤੇ ਲੱਗ ਜਾਂਦੇ ਨੇ। ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਆਪਣਾ ਹਰਾ ਪੈਨ ਰੀਇੰਪਲਾਇਡ ਨੂੰ ਬੰਦ ਕਰਨ ਲਈ ਤੁਰੰਤ ਚਲਾਉਣ। ਤੁਹਾਨੂੰ ਲੱਗਦਾ ਆਸ ਹੈਗੀ ਹੈ ਕਿ ਮੰਗਾਂ ਪੂਰੀਆਂ ਹੋ ਜਾਣ? ਹਾਂਜੀ, ਉਮੀਦ ਹੈਗੀ ਹੈ ਕਿਉਂਕਿ ਸਰਕਾਰ ਨਵੀਂ ਬਣੀ ਹੈ, ਸੀਐਮ ਸਾਹਿਬ ਨਵੇਂ ਬਣੇ ਨੇ। ਉਮੀਦ ਹੈ ਇੱਕ ਉਹ ਬਾਅਦ ਦੇ ਵਿੱਚ ਪਤਾ ਲੱਗੇਗਾ ਕਿਆ ਬਣਦਾ ਕਿਆ ਨਾ ਬਣਦਾ, ਪਰ ਸਾਨੂੰ ਉਮੀਦ ਪੂਰੀ ਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰਾਂ ਲਈ 90% ਕੋਟਾ ਹੋਣਾ ਚਾਹੀਦਾ ਹੈ। ਪੋਸਟਾਂ ਨਿਕਲਦੀਆਂ ਨੇ, ਪੰਜਾਬ ਦੇ ਨੌਜਵਾਨ ਧਰਨੇ ਦਿੰਦੇ ਨੇ, ਡੰਡੇ ਖਾਂਦੇ ਨੇ ਪੁਲਿਸ ਤੋਂ, ਪਰ ਅਦਰ ਸਟੇਟ ਵਾਲੇ ਨੌਕਰੀਆਂ ਲੈ ਜਾਂਦੇ ਨੇ। ਜਿਹੜੀਆਂ ਜਿੰਨੀਆਂ ਵੀ ਆਪਣੇ ਸਰਕਾਰੀ ਅਸਾਮੀਆਂ ਉਹਨਾਂ ਦੇ ਵਿੱਚ ਜਿਹੜੀ ਉਮਰ ਹੱਦ ਹੈ ਉਹ 37 ਤੋਂ ਵਧਾ ਕੇ ਜਰਨਲ ਲਈ 42 ਔਰ ਜਿਹੜੀ ਕੈਟਾਗਰੀਜ਼ ਲਈ ਉਹਨਾਂ ਲਈ ਜਿਹੜਾ 42 ਤੋਂ ਵਧਾ ਕੇ 47 ਸਾਲ ਕੀਤੀ। ਤੇ ਅਸੀਂ ਮੰਗ ਕਰਦੇ ਹਾਂ ਕਿ ਜਿੰਨੀਆਂ ਵੀ ਸਹੂਲਤਾਂ SC ਤੇ BC ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਉਹ EWS ਦੇ ਵਿੱਚ ਵੀ ਦਿੱਤੀਆਂ ਜਾਣ। ਇੱਕ EWS ਦਾ ਜਿਹੜਾ ਕਮਿਸ਼ਨ ਅਲੱਗ ਤੋਂ ਪੰਜਾਬ ਦੇ ਵਿੱਚ ਬਣਾਇਆ ਜਾਵੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਕੈਨੇਡਾ ਤੇ ਮੈਂ ਸਿਮਰਨ ਧਾਲੀਵਾਲ। ਅੱਜ ਅਸੀਂ CM ਹਾਊਸ ਦੇ ਸਾਹਮਣੇ ਆ, ਜਿੱਥੇ ਕਿ ਨੌਜਵਾਨ ਇਕੱਠੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਇਸ ਵਿੱਚ ਬੇਰੁਜ਼ਗਾਰ ਅਧਿਆਪਕ ਵੀ ਨੇ ਤੇ ਨਾਲ ਹੀ ਉਹ ਸ਼ਖਸ ਵੀ ਮੌਜੂਦ ਨੇ, ਕੱਚੇ ਮੁਲਾਜ਼ਮ ਵੀ ਨੇ, ਉਹ ਵੀ ਨੇ ਜਿਨ੍ਹਾਂ ਦੇ ਇੰਟਰਵਿਊਜ਼ ਕਲੀਅਰ ਹੋ ਚੁੱਕੇ ਨੇ। ਉਹਨਾਂ ਨੂੰ ਸਿਰਫ ਇੰਟਰਵਿਊਜ਼ ਤੋਂ ਬਾਅਦ ਸਿਰਫ ਉਹਨਾਂ ਨੂੰ ਪੱਤਰ ਨਹੀਂ ਮਿਲੇ, ਯਾਨੀ ਕਿ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਜਿਹੜੇ ਕਿ ਨਹੀਂ ਦਿੱਤੇ ਗਏ। ਹੋਰ ਵੀ ਇੱਥੇ ਅਲੱਗ-ਅਲੱਗ ਵਿਭਾਗਾਂ ਤੋਂ ਇੱਥੇ ਨੌਜਵਾਨ ਇਕੱਠੇ ਹੋਏ ਨੇ ਆਪਦੀਆਂ ਮੰਗਾਂ ਨੂੰ ਲੈ ਕੇ, ਕਿਉਂਕਿ ਨਵੀਂ ਸਰਕਾਰ ਤੋਂ ਇਹਨਾਂ ਨੌਜਵਾਨਾਂ ਨੂੰ ਕਾਫੀ ਆਸ ਹੈ। ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਆਖਿਰਕਾਰ ਉਹਨਾਂ ਦੀਆਂ ਮੰਗਾਂ ਕੀ ਨੇ ਤੇ ਹਜੇ ਤੱਕ ਉਹ ਪੂਰੀਆਂ ਕਿਉਂ ਨਹੀਂ ਹੋ ਸਕੀਆਂ। ਗੱਲਬਾਤ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨੌਜਵਾਨ ਇੱਥੇ ਇਕੱਠੇ ਹੋਏ ਨੇ। ਗੱਲ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋ ਜੀ ਤੁਸੀਂ? ਹੀਰੋਂ ਕਲਾਂ ਤੋਂ ਆਏ ਜੀ, ਕੀ ਮੰਗਾਂ ਨੇ ਤੁਹਾਡੀਆਂ? ਮੇਰੇ ਮੈਂ ਨੇਤਰਹੀਣ ਆ ਜੀ, 7 ਸਾਲ ਹੋ ਗਏ ਮੈਨੂੰ ਐਂ ਤੁਰੇ ਫਿਰਦਾ ਜੀ। ਜੀ, ਤੇ ਹੁਣ ਕੀ ਰੁਜ਼ਗਾਰ ਨਹੀਂ ਮਿਲਿਆ ਜੀ। ਮੈਂ ਸਾਰੇ ਮੁੱਖ ਮੰਤਰੀਆਂ ਨੂੰ ਦਰਖਾਸਤਾਂ ਦੇ ਦਿੱਤੀਆਂ ਜੀ। ਤੇ ਅੱਜ ਇੱਥੇ ਆਏ ਹੋ, ਕੀ ਮੰਗ ਲੈ? ਉਮੀਦ ਆ ਜੀ ਅਸੀਂ ਆਮ ਪਾਰਟੀ ਨੂੰ ਵੋਟਾਂ ਪਾਈਆਂ ਵੀ ਸਾਡਾ ਹੱਕ ਹੋਊਗਾ ਜੀ। ਜੀ, ਤੁਹਾਨੂੰ ਆਸ ਹੈਗੀ ਹੈ ਕਿ? ਆਸ ਹੈਗੀ ਜੀ, ਪੱਕਾ ਜੀ। ਠੀਕ ਹੈ, ਤੇ ਸਾਨੂੰ ਯਕੀਨ ਆ, ਮੈਂ ਨੇੜੇ ਆ, ਭਗਵੰਤ ਮਾਨ ਦੇ ਪਿੰਡ ਦੇ ਨੇੜੇ ਹੀ ਪਿੰਡ ਆ ਜੀ। CM ਸਾਹਿਬ ਸਾਡੀ ਮੰਗ ਇਹ ਹੈ ਜੀ, ਪ੍ਰਾਈਵੇਟ ਕਾਲਜ ਲੈਕਚਰਰ ਯੂਨੀਅਨ ਵੱਲੋਂ, ਕਿ ਰੀਇੰਪਲਾਇਡ ਕਲਚਰ ਹੈ ਜਿਹੜਾ ਬੰਦ ਹੋਣਾ ਚਾਹੀਦਾ। 58 ਸਾਲ ਤੋਂ ਬਾਅਦ ਜਦੋਂ ਸਰਕਾਰੀ ਮੁਲਾਜ਼ਮ ਜਾਂ ਅਫਸਰ ਰਿਟਾਇਰ ਹੋ ਜਾਂਦੇ ਨੇ, ਉਹ ਜਾ ਕੇ ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ਵਿੱਚ ਐਕਸਟੈਂਸ਼ਨ ਦੇ ਤੌਰ ਤੇ ਲੱਗ ਜਾਂਦੇ ਨੇ। ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਆਪਣਾ ਹਰਾ ਪੈਨ ਰੀਇੰਪਲਾਇਡ ਨੂੰ ਬੰਦ ਕਰਨ ਲਈ ਤੁਰੰਤ ਚਲਾਉਣ। ਦੂਸਰਾ, ਏਜ ਰਿਲੈਕਸੇਸ਼ਨ ਦੇ ਕੇ 37 ਤੋਂ 42 ਸਾਲ ਕੀਤੀ ਜਾਵੇ, ਕਿਉਂਕਿ ਬਹੁਤੇ ਬੇਰੁਜ਼ਗਾਰ ਨੇ ਜਿਹੜੇ ਉਹ ਬੇਰੁਜ਼ਗਾਰ ਹੋ ਚੁੱਕੇ ਨੇ। ਪਿਛਲੇ 5 ਸਾਲਾਂ ਤੋਂ ਨਿਯੁਕਤੀਆਂ ਨਹੀਂ ਹੋਈਆਂ, ਰਜਵਾੜਾ ਆਪਣੇ ਘਰੇ ਬੈਠਾ ਰਿਹਾ ਹੈ। ਹੁਣ ਲੋਕਾਂ ਦੀ ਸਰਕਾਰ ਆਈ ਹੈ, ਸਾਨੂੰ ਪੂਰਨ ਭਰੋਸਾ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿ ਏਜ ਰਿਲੈਕਸੇਸ਼ਨ ਦਿੱਤੀ ਜਾਊ। ਤੀਜਾ ਅਹਿਮ ਮੁੱਦਾ, ਪੰਜਾਬ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਪੰਜਾਬ ਦੇ ਬੇਰੁਜ਼ਗਾਰਾਂ ਲਈ 90% ਕੋਟਾ ਹੋਣਾ ਚਾਹੀਦਾ। ਪੋਸਟਾਂ ਨਿਕਲਦੀਆਂ ਨੇ, ਪੰਜਾਬ ਦੇ ਨੌਜਵਾਨ ਧਰਨੇ ਦਿੰਦੇ ਨੇ, ਡੰਡੇ ਖਾਂਦੇ ਨੇ ਪੁਲਿਸ ਤੋਂ, ਪਰ ਅਦਰ ਸਟੇਟ ਵਾਲੇ ਨੌਕਰੀਆਂ ਲੈ ਜਾਂਦੇ ਨੇ। ਤੁਹਾਡੇ ਯਾਦ ਹੋਣਾ, ਪੰਜਾਬ ਪੁਲਿਸ ਦੇ ਵਿੱਚ ਜਦੋਂ ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਸੀ, ਅਦਰ ਸਟੇਟ ਦੇ ਕਿੰਨੇ ਬੰਦੇ ਭਰਤੀ ਨੇ, ਉਹਦੀ ਜਾਂਚ ਵੀ ਅੱਜ ਤਣਪੱਤਣ ਨਹੀਂ ਲੱਗੀ। ਸੋ ਅਸੀਂ ਮੰਗ ਕਰਦੇ ਹਾਂ, ਜਿਹੜੀਆਂ ਆਈਆਂ ਮੁਸ਼ਕਲਾਂ ਨੇ, ਏਜ ਰਿਲੈਕਸੇਸ਼ਨ, ਰੀਇੰਪਲਾਇਡ ਕਲਚਰ, 90% ਕੋਟਾ ਪੰਜਾਬ ਦੇ, ਹਰ ਇਹਨਾਂ ਅੜਚਣਾਂ ਨੂੰ ਦੂਰ ਕਰਦੇ ਹੋਏ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਜਿਹੜੇ ਉਹ ਦੂਰ ਕਰਕੇ ਪੰਜਾਬ ਦੇ ਬੇਰੁਜ਼ਗਾਰਾਂ ਦੇ ਜਿਹੜੇ ਸੁੱਕੇ ਸੁਪਨੇ ਨੇ, ਉਹਨਾਂ ਲਈ ਜਿਹੜਾ ਹੈਗਾ ਉਹਨਾਂ 'ਚ ਆਸ, ਉਹਨਾਂ ਦਾ ਜੀਵਨ, ਕਈਆਂ ਦੇ ਤਾਂ ਵਿਆਹ ਤੱਕ ਨਹੀਂ ਹੋਏ ਹੈਗੇ, ਮੁੰਡੇ ਕੁੜੀਆਂ ਕੁਆਰੇ ਫਿਰਦੇ ਨੇ, ਤਾਂ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਮੌਕਾ ਦੇਣ। ਜੀ, ਤੁਸੀਂ ਕਿੱਥੋਂ ਆਏ ਹੋ? ਮੈਡਮ ਮੈਂ ਮਾਨਸਾ ਜ਼ਿਲ੍ਹੇ ਤੋਂ ਆਇਆ ਜੀ। ਜੀ, ਤੇ ਕੀ ਮੰਗਾਂ ਲੈ ਕੇ ਅੱਜ ਇੱਥੇ ਖੜੇ ਹੋ? ਮੈਡਮ ਮੈਂ ਬੇਰੁਜ਼ਗਾਰ ਓਵਰੇਜ ਜਥੇਬੰਦੀ ਪੰਜਾਬ ਦੇ ਵਿੱਚੋਂ ਸੂਬਾ ਕਮੇਟੀ ਮੈਂਬਰਾਂ ਜੀ। ਅਸੀਂ ਮੁੱਦਾ ਲੈ ਕੇ ਆਏ ਜੀ। ਅਸੀਂ ਲੰਮੇ ਸਮੇਂ ਤੋਂ ਅਸੀਂ ਇਹ ਸੰਘਰਸ਼ ਲਈ, ਕਿਉਂਕਿ ਪੰਜਾਬ ਦੇ ਵਿੱਚ 37 ਤੋਂ 42 ਸਾਲ ਆ, ਜੋ ਕਿ ਬਹੁਤ ਘੱਟ ਹੈਗੀ। ਔਰ ਅਸੀਂ ਇਹ ਚਾਹੁੰਦੇ ਜਿਹੜੇ ਸਾਡੇ ਗਵਾਂਢੀ ਸੂਬੇ ਨੇ ਉਹਨਾਂ ਦੇ ਵਿੱਚ, ਜਿਸ ਤਰ੍ਹਾਂ ਹਰਿਆਣਾ ਹੈਗਾ 42 ਤੋਂ 47 ਸਾਲ ਹੈ, ਹਿਮਾਚਲ ਦੇ ਵਿੱਚ 45 ਤੋਂ 47 ਸਾਲ ਆ। ਅਸੀਂ ਇਹ ਚਾਹੁੰਦੇ ਵੀ ਪੰਜਾਬ ਦੇ ਵਿੱਚ ਵੀ 45 ਤੋਂ 47 ਸਾਲ ਏਜ ਰਿਲੈਕਸੇਸ਼ਨ ਸਾਰਿਆਂ ਨੂੰ ਦਿੱਤੀ ਜਾਵੇ, ਜਿਹਦੇ ਕਰਕੇ ਸਾਨੂੰ ਮੌਕਾ ਮਿਲ ਜਾਵੇ। ਕਿਉਂਕਿ ਲੰਮਾ ਸਮਾਂ ਪੜ੍ਹਾਈ ਕਰਦੇ ਨੇ, ਫਿਰ ਪੋਸਟਾਂ ਸਰਕਾਰ ਕੱਢਦੀ ਨਹੀਂ ਜਾਂ ਓਵਰੇਜ ਹੋ ਜਾਂਦੇ ਨੇਗੇ, ਉਮਰ ਹੱਦ ਜਿਹੜੀ ਲੰਘਾ ਲੈਂਦੇ ਨੇਗੇ। ਇਸ ਕਰਕੇ ਹੁਣ ਜੇਕਰ B.Ed ਦੀ ਗੱਲ ਕਰੀਏ, B.Ed ਦੇ ਵਿੱਚ ਜਿਹੜਾ ਚੋਣ ਜ਼ਾਬਤੇ ਤੋਂ ਪਹਿਲਾਂ 4161 ਪੋਸਟਾਂ ਦਾ ਇਸ਼ਤਿਹਾਰ ਆਇਆ ਸੀਗਾ,
ਉਹਦੇ ਵਿੱਚ ਜਿਹੜੀ ਸਾਡੀ ਉਮਰ ਹੱਦ ਛੋੜ ਦੀ ਜਿਹੜੀ ਗੱਲ ਸੀਗੀ ਉਹ ਸਰਕਾਰ ਨਾਲ ਚੱਲ ਰਹੀ ਸੀ, ਪਰ ਚੋਣ ਜਾਬਤਾ ਲੱਗਣ ਕਾਰਨ ਸਾਡੀ ਜਿਹੜੀ ਵਿੱਚ ਵਿਚਾਲੇ ਜਿਹੜਾ ਮਸਲਾ ਰਹਿ ਗਿਆ ਸੀ। ਇਸ ਤੋਂ ਬਾਅਦ ਅਸੀਂ ਚੋਣ ਜਾਬਤੇ ਹਟਣ ਤੋਂ ਬਾਅਦ ਜਦੋਂ ਸਰਦਾਰ ਭਗਵੰਤ ਮਾਨ ਜੀ ਸੀਐਮ ਬਣੇ ਨੇ, ਉਹਨਾਂ ਨਾਲ ਸਾਡੀ ਗੱਲਬਾਤ ਹੋਈ 23 ਮਾਰਚ ਨੂੰ ਸੰਗਰੂਰ ਵਿਖੇ। ਤਾਂ ਉਹਨਾਂ ਨੇ ਕਿਹਾ ਵੀ ਤੁਹਾਡੀ ਫਾਈਨਲ ਮੀਟਿੰਗ ਕਰਾਂਗੇ, ਉਹਦੇ ਵਿੱਚ ਤੁਹਾਡਾ ਜਿਹੜਾ ਮਸਲਾ ਹੈ ਉਹ ਹੱਲ ਕਰਾਂਗੇ। ਇਸ ਕਰਕੇ ਤੁਸੀਂ ਜਿਹੜਾ ਹੈਗਾ ਤੁਹਾਨੂੰ ਅੱਜ 28 ਤਰੀਕ ਨੂੰ ਉੱਥੇ ਤੁਸੀਂ ਪਹੁੰਚੋ ਸੀਐਮ ਹਾਊਸ ਦੇ ਵਿੱਚ, ਸਾਨੂੰ ਸਪੈਸ਼ਲ ਕਿਹਾ ਗਿਆ ਤੇ ਉੱਥੇ ਤੁਹਾਡਾ ਜਿਹੜਾ ਮੁੱਦਾ ਅਸੀਂ ਵਿਚਾਰਾਂਗੇ। ਅਸੀਂ ਇਹ ਚਾਹੁੰਦੇ ਹਾਂ 41 61 ਪੋਸਟਾਂ ਦੇ ਵਿੱਚ ਸਿਰਫ ਇੱਕ ਵਾਰ ਮੌਕਾ ਦਿੱਤਾ ਜਾਵੇ। ਜਿਸ ਤਰ੍ਹਾਂ ਮੈਂ ਯਾਦ ਕਰਾਉਣਾ ਚਾਹੁੰਦਾ 2021 ਦੇ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਜਿਹੜੀ ਭਰਤੀ ਆਈ ਸੀਗੀ, ਉਹਦੇ ਵਿੱਚ ਸਾਰੀਆਂ ਕੈਟਾਗਰੀ ਨੂੰ 45 ਸਾਲ ਦਾ ਜਿਹੜਾ ਮੌਕਾ ਦਿੱਤਾ ਗਿਆ ਸੀ। ਅਸੀਂ ਵੀ ਇਹ ਚਾਹੁੰਦੇ ਆ ਵੀ 41 61 ਪੋਸਟਾਂ ਦੇ ਵਿੱਚ ਇੱਕ ਵਾਰ ਜ਼ਰੂਰ ਮੌਕਾ ਦਿੱਤਾ ਜਾਵੇ। ਇਸ ਤੋਂ ਬਾਅਦ ਜਿਹੜੀ ਮਸਲਾ ਵਿਧਾਨ ਸਭਾ ਦੇ ਵਿੱਚ ਸਥਾਈ ਰੂਪ ਦੇ ਵਿੱਚ ਉਹ ਮਸਲਾ ਹੱਲ ਕਰਕੇ ਉਸ ਨੂੰ ਸਟੇਟ ਦੇ ਕਾਨੂੰਨ ਦੇ ਵਿੱਚ ਦਰਜ ਕੀਤਾ ਜਾਵੇ। ਜੀ, ਤੁਹਾਨੂੰ ਲੱਗਦਾ ਆਸ ਹੈਗੀ ਹੈ ਕਿ ਮੰਗਾਂ ਪੂਰੀਆਂ ਹੋ ਜਾਣ? ਹਾਂਜੀ, ਉਮੀਦ ਹੈਗੀ ਹੈ, ਕਿਉਂਕਿ ਸਰਕਾਰ ਨਵੀਂ ਬਣੀ ਹੈ, ਸੀਐਮ ਸਾਹਿਬ ਨਵੇਂ ਬਣੇ ਨੇ। ਉਮੀਦ ਹੈ ਇੱਕ ਉਹ ਬਾਅਦ ਦੇ ਵਿੱਚ ਪਤਾ ਲੱਗੇਗਾ ਕਿਆ ਬਣਦਾ ਕਿਆ ਨਾ ਬਣਦਾ, ਪਰ ਸਾਨੂੰ ਉਮੀਦ ਪੂਰੀ ਆ ਕਿਉਂਕਿ ਨਵਾਂ ਸਿਸਟਮ ਬਣਿਆ, ਕੁਛ ਨਾ ਕੁਛ ਬਦਲਾਅ ਹੋਣ ਦੇ ਚਾਂਸਸ ਹੈਗੇ ਨੇ। ਜੀ, ਤੁਸੀਂ ਕਿੱਥੋਂ ਆਏ ਹੋ? ਮੇਰਾ ਨਾਮ ਰਜਿੰਦਰ ਕੁਮਾਰ ਜੀ। ਅਸੀਂ ਪੂਰੇ ਪੰਜਾਬ ਤੋਂ ਬੇਰੁਜ਼ਗਾਰ ਨੌਜਵਾਨ ਇਕੱਠੇ ਹੋਏ ਹਾਂ ਜੀ। ਅਸੀਂ ਮੰਗ ਪੱਤਰ ਲੈ ਕੇ ਆਏ ਹਾਂ ਜੀ। ਪਹਿਲੀ ਸਾਡੀ ਮੰਗ ਹੈ, ਇੱਕ ਤਾਂ ਜਿਹੜੀ ਆ ਪੁਰਾਣੀ ਸਰਕਾਰ ਨੇ ਜੋ ਵੀ ਪਰਚੀਆਂ ਕੱਢੀਆਂ ਸੀਗੀਆਂ ਜੀ, ਉਹਨੂੰ ਸਿੰਟੀ ਵੈਜ ਪੂਰਾ ਕੀਤਾ ਜਾਵੇ। ਦੂਸਰੀ ਸਾਡੀ ਮੰਗ ਇਹ ਹੈ ਜੀ, ਪੰਜਾਬ ਪੁਲਿਸ ਦੇ ਵਿੱਚ ਵੇਟਿੰਗ ਲਿਸਟ ਜਾਰੀ ਕੀਤੀ ਜਾਵੇ ਤਾਂ ਕਿ ਜਿਹੜੇ ਨੌਜਵਾਨ 1 ਨੰਬਰ ਜਾਂ ਅੱਧੇ ਨੰਬਰ ਤੋਂ ਰਹਿ ਚੁੱਕੇ ਨੇ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਦੂਸਰੀ ਗੱਲ ਇਹ ਹੈ ਜੀ, ਕਈ ਨੌਜਵਾਨ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਐਜੂਕੇਸ਼ਨ MA PhD ਹੈ, ਉਹ ਵੀ ਪੰਜਾਬ ਪੁਲਿਸ ਦੀਆਂ ਪੋਸਟਾਂ ਭਰ ਰਹੇ ਨੇ। ਕਿਉਂ? ਪਿਛਲੀ ਸਰਕਾਰ ਨੇ ਕੋਈ ਪੋਸਟਾਂ ਨੂੰ ਪੂਰਾ ਨਹੀਂ ਕਰ ਰਹੇ, ਇਸੇ ਕਰਕੇ ਉਹ ਨੌਜਵਾਨ ਵੀ ਪੰਜਾਬ ਪੁਲਿਸ ਦੀਆਂ ਪੋਸਟਾਂ ਭਰ ਚੁੱਕੇ ਨੇ। 25,000 ਨੌਕਰੀਆਂ ਦਾ ਐਲਾਨ ਜਿਹੜਾ ਭਗਵੰਤ ਮਾਨ ਨੇ ਕੀਤਾ ਸੀਗਾ, ਤੁਹਾਨੂੰ ਉਹਦੇ ਤੋਂ ਕੋਈ ਉਮੀਦ ਨਹੀਂ ਹੈ? ਉਮੀਦ ਪੂਰੀ ਹੈ ਜੀ, ਇਸੇ ਕਰਕੇ ਹੀ ਅਸੀਂ ਆਪ ਸਰਕਾਰ ਨੂੰ ਚੁਣਿਆ ਜੀ ਇਸ ਵਾਰੀ। ਸਾਨੂੰ ਪੂਰੀ ਉਮੀਦ ਹੈ ਜੋ ਅਸੀਂ ਮੰਗ ਪੱਤਰ ਲੈ ਕੇ ਆਏ ਹਾਂ ਉਹ ਸਾਡਾ ਮੰਗ ਪੱਤਰ ਸਵੀਕਾਰ ਕੀਤਾ ਜਾਵੇਗਾ ਜੀ। ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਮ ਅਸੀਂ ਵੀ ਕਾਂਸਟੇਬਲ ਤੋਂ ਹੀ ਆਏ ਹਾਂ ਜੀ। ਚੰਨੀ ਸਰਕਾਰ ਨੇ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ 30,000 ਦੇ ਕਰੀਬ ਪੋਸਟਾਂ ਕੱਢੀਆਂ ਸੀ, ਪਰ ਜੁਆਇਨਿੰਗ ਕਿਸੇ ਦੀ ਵੀ ਨਹੀਂ ਹੋਈ। ਇਸ ਲਈ ਜੀ ਉਸ ਪੋਸਟਾਂ ਵਿੱਚ ਪੇਪਰ ਤਾਂ ਦਿੱਤਾ ਜੀ 4.5 ਲੱਖ ਕੈਂਡੀਡੇਟ ਨੇ, ਪਰ 5,000 ਦੇ ਕਰੀਬ ਕੈਂਡੀਡੇਟ ਇਹੋ ਜਿਹੇ ਨੇ ਜੋ ਸਾਰੀਆਂ ਪੋਸਟਾਂ ਦੇ ਵਿੱਚ ਹੀ ਬੈਠੇ ਨੇ, ਸਾਰੀਆਂ ਪੋਸਟਾਂ ਕਲੀਅਰ ਨੇ, ਪਰ ਉਹਨਾਂ ਨੂੰ ਜੁਆਇਨਿੰਗ ਕਿਸੇ ਵੀ ਭਰਤੀ ਵਿੱਚ ਨਹੀਂ ਮਿਲੀ। ਤੇ ਇਹ ਉਹ ਨਾ ਜੀ ਦੂਜੇ ਕੈਂਡੀਡੇਟ ਦਾ ਵੀ ਹੱਕ ਮਾਰ ਰਿਹਾ, ਕਿਉਂਕਿ ਵੇਟਿੰਗ ਲਿਸਟ ਸਿਰੇ ਤੋਂ ਖਾਰਜ ਕੀਤੀ ਹੋਈ ਹੈ ਜੀ ਸਰਕਾਰਾਂ ਨੇ। ਤੇ ਤੁਹਾਨੂੰ ਆਸ ਹੈਗੀ ਹੈ ਕਿ ਮਾਨ ਸਾਹਿਬ ਦੀ ਜਿਹੜੀ ਸਰਕਾਰ ਦੇ ਵਿੱਚ ਤੁਹਾਡੀਆਂ ਮੰਗਾਂ ਸੁਣੀਆਂ ਜਾਣਗੀਆਂ? ਹਾਂਜੀ, ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਮਾਨ ਸਾਹਿਬ ਦੇ ਸਾਰੇ MLAs ਨੂੰ ਮਿਲ ਚੁੱਕੇ ਹਾਂ ਜੀ, ਤੇ ਇਲੈਕਸ਼ਨ ਤੋਂ ਬਾਅਦ ਵੀ ਮਿਲੇ ਹਾਂ ਜੀ, ਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਤੇ ਅਸੀਂ ਮੰਗਾਂ ਪੂਰੀਆਂ ਕਰਾਂਗੇ ਜੀ। ਜੀ, ਤੇ ਅੱਜ ਇੱਥੇ ਤੁਸੀਂ ਆਪਦੀਆਂ ਕਿਉਂਕਿ ਆਪਣੇ ਨੌਜਵਾਨੀ ਹੈ ਜਿਹੜੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਾਫੀ ਫੈਲ ਚੁੱਕੀ ਹੈ, ਤਾਂ ਕੀ ਤੁਸੀਂ ਆਸ ਕਰਦੇ ਹੋ ਕਿ ਇਸ ਵਾਰ ਮਾਨ ਸਰਕਾਰ ਦੀ ਜਿਹੜੀ ਰਹਿਨੁਮਾਈ ਦੇ ਵਿੱਚ ਨੌਜਵਾਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਜ਼ਰੂਰ ਮਿਲਣਗੀਆਂ? ਹਾਂਜੀ, ਸਰਕਾਰ ਚੇਂਜ ਕਰਨ ਦਾ ਮੁੱਖ ਮੁੱਦਾ ਵੀ ਸਾਡਾ ਇਹੀ ਸੀ ਵੀ ਪਹਿਲਾਂ ਸਰਕਾਰਾਂ ਨੇ ਬਹੁਤ ਘਪਲੇ ਕੀਤੇ ਨੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਰੁਜ਼ਗਾਰ ਨਹੀਂ ਦਿੱਤਾ ਜੀ। ਇਸ ਲਈ ਅਸੀਂ ਸਰਕਾਰ ਚੇਂਜ ਕੀਤੀ ਹੈ ਤੇ ਆਸ ਹੈ ਸਾਨੂੰ ਵੀ ਅੱਗੇ ਤੋਂ ਮਾਨ ਸਰਕਾਰ ਰੁਜ਼ਗਾਰ ਦੇਵੇਗੀ। ਤੇ ਇੱਕ ਸਾਡੀ ਹੋਰ ਮੰਗ ਹੈ ਜੀ, ਸਾਰੀਆਂ ਭਰਤੀਆਂ ਵਿੱਚ ਹੀ ਹਰਿਆਣਾ ਤੇ ਰਾਜਸਥਾਨ ਦੇ ਕੈਂਡੀਡੇਟ ਬਹੁਤ ਹੀ ਜ਼ਿਆਦਾ ਕਲੀਅਰ ਕੀਤੇ ਹੋਏ ਨੇ ਜੀ, ਤੇ ਸਾਡੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਕਿ 90% ਕੋਟਾ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਜਾਵੇ ਜੀ। ਜੀ, ਤੁਸੀਂ ਕਿੱਥੋਂ ਆਏ ਹੋ ਜੀ? ਮਲੋਟ ਤੋਂ ਜੀ। ਜੀ, ਤੇ ਕੀ ਮੰਗ ਹੈ ਤੁਹਾਡੀ? ਦੇਖੋ, ਸਾਡੀ ਮੰਗ ਇਹੀ ਹੈ ਜੀ, ਜੋ ਪਿਛਲੇ ਸਾਲ ਦੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੀ ਬਹੁਤ ਵੱਡੀ ਨਲਾਇਕੀ ਕਰਕੇ ਜੇ ਪਿਛਲੇ 5 ਸਾਲ ਕਾਂਗਰਸ ਸਰਕਾਰ ਦੇ ਲੰਘੇ ਆ, ਕੋਈ ਵੀ ਭਰਤੀ ਉਹਨਾਂ ਨੇ ਵੱਡੀ ਕੱਢੀ ਨਹੀਂ, ਜੇ ਕੱਢੀ ਹੈ ਤਾਂ ਕੋਈ ਸਿਰੇ ਨਹੀਂ ਲੱਗੀ। ਔਰ ਇਸ ਕਰਕੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਸੀਗੇ ਪੰਜਾਬ ਦੇ, ਉਹ ਆਪਣੀ ਜਿਹੜੀ ਯੋਗਤਾ ਪੂਰੀ ਕਰਨ ਦੇ ਬਾਵਜੂਦ ਜਿਹੜੀ ਉਮਰ ਦੀ ਸੀਮਾ ਹੈ ਉਹ ਲੰਘਾ ਚੁੱਕੇ ਆ। ਇਸ ਲਈ ਸਾਡੀ ਜਿਹੜੀ ਮੇਨ ਮੰਗ ਹੈ, ਦੂਜੇ ਸਾਰੇ ਸੂਬੇ ਆ ਚਾਹੇ ਆਪਣੇ ਜਿਹੜੇ ਹੈਗੇ ਆ, ਹਿਮਾਚਲ ਹੈ, ਹਰਿਆਣਾ ਹੈ, ਰਾਜਸਥਾਨ ਹੈ, ਸਾਰਿਆਂ ਦੇ ਵਿੱਚ ਜਿਹੜਾ ਹੈਗਾ ਉੱਪਰਲੀ ਜਿਹੜੀ ਸੀਮਾ ਉਹ 42 ਸਾਲ ਹੈ ਔਰ ਜਿਹੜੀ ਕੈਟਾਗਰੀ ਲਈ 47 ਸਾਲ ਹੈ। ਸਾਡੀ ਜਿਹੜੀ ਮੇਨ ਮੰਗ ਅੱਜ ਇਹੀ ਹੈ ਵੀ ਜਿਹੜੇ ਜਿੰਨੀਆਂ ਵੀ ਆਪਣੇ ਸਰਕਾਰੀ ਅਸਾਮੀਆਂ ਉਹਨਾਂ ਦੇ ਵਿੱਚ ਜਿਹੜੀ ਉਮਰ ਹੱਦ ਹੈ ਉਹ 37 ਤੋਂ ਵਧਾ ਕੇ ਜਰਨਲ ਲਈ 42 ਔਰ ਜਿਹੜੀ ਕੈਟਾਗਰੀਜ਼ ਲਈ ਆ ਉਹਨਾਂ ਲਈ ਜਿਹੜਾ 42 ਤੋਂ ਵਧਾ ਕੇ 47 ਸਾਲ ਕੀਤੀ ਜਾਵੇ ਜੀ। ਜੀ, ਤੇ ਤੁਹਾਨੂੰ ਆਸ ਹੈਗੀ ਹੈ ਕਿ ਮੰਗਾਂ ਪੂਰੀਆਂ ਹੋਣਗੀਆਂ? ਪੂਰੀ ਆਸ ਹੈ ਜੀ, ਕਿਉਂਕਿ ਇਹ ਕੋਈ ਇਹ ਨਹੀਂ ਕਹਿ ਰਹੇ ਵੀ ਜਿਹੜੀ ਕੋਈ ਨਵੀਂ ਚੀਜ਼ ਕਰਨੀ ਹੈ। ਜੇ ਦੇਖਿਆ ਜਾਵੇ ਤਾਂ ਪੂਰੇ ਇੰਡੀਆ ਦੇ ਵਿੱਚ ਮੋਸਟਲੀ ਸਾਰੇ ਸੂਬਿਆਂ ਦੇ ਵਿੱਚ ਇਹੀ ਜਿਹੜੀ 42 ਸਾਲ ਔਰ 47 ਸਾਲ ਉਮਰ ਹੈ। ਔਰ ਜੇਕਰ ਆਪਣੇ ਵੀ ਕਈ ਵਾਰ ਦੇਖਿਆ ਜਾਵੇ ਪਿਛਲੀਆਂ ਪੋਸਟਾਂ ਦੇ ਵਿੱਚ, ਜੇ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਲਾਈਨਮੈਨ ਦੀਆਂ ਪੋਸਟਾਂ ਸੀ ਉਹਦੇ ਵਿੱਚ 42 ਸਾਲ ਕੀਤੀ ਗਈ ਸੀ। ਜੇਕਰ 2007 ਦੇ ਵਿੱਚ ਇੱਕ ਟੀਚਿੰਗ ਫੈਲੋ ਦੀਆਂ 15,000 ਪੋਸਟਾਂ ਸਿੱਖਿਆ ਮਹਿਕਮੇ 'ਚ ਕੱਢੀਆਂ ਸੀ, ਉਦੋਂ ਵੀ ਉਹਦੀ ਉਹ ਜਿਹੜੀ ਉੱਪਰਲੀ ਹੱਦ ਸੀਗੀ ਉਹ 42 ਸਾਲ ਜਰਨਲ ਲਈ ਔਰ ਕੈਟਾਗਰੀ ਲਈ 47 ਸਾਲ ਸੀ। ਔਰ ਜੇਕਰ ਦੇਖਿਆ ਜਾਵੇ ਤਾਂ ਜਿਹੜਾ 2021 ਦੇ ਵਿੱਚ
ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਕੱਢੀਆਂ, ਉਹਦੇ ਵਿੱਚ ਤਾਂ ਉੱਪਰਲੀ ਹੱਦ ਜਿਹੜੀ ਸੀ 45 ਸਾਲ ਕੀਤੀ ਗਈ ਸੀ। ਸਾਡੀ ਜਿਹੜੀ ਕੋਈ ਮੰਗ ਹੈ ਇਸ ਦੇ ਵਿੱਚ ਇਹੀ ਮੰਗ ਹੈ, ਕੋਈ ਨੌਕਰੀ ਨਹੀਂ ਮੰਗ ਰਹੇ, ਭਰਨ ਦੇ ਲਈ ਇੱਕ ਮੌਕਾ ਦਿੱਤਾ ਜਾਵੇ, ਅਪਲਾਈ ਕਰਨ ਦੇ ਲਈ ਮੌਕਾ ਦਿੱਤਾ ਜਾਵੇ। ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਯੋਗਤਾ ਰੱਖਦੇ ਆ ਔਰ ਵਧੀਆ ਜਿਹੜੇ ਹੋਣਗੇ ਉਹ ਆਪਣੇ ਆਪ ਚੁਣੇ ਜਾਣਗੇ ਟੈਸਟ ਦੇ ਵਿੱਚ। ਜੀ ਤੁਸੀਂ ਕਿੱਥੋਂ ਆਏ ਹੋ? ਮੈਂ ਜੀ ਬਠਿੰਡੇ ਤੋਂ ਤੇਜਿੰਦਰਪਾਲ ਸਿੰਘ, EWS ਮੰਚ ਤੋਂ ਅਸੀਂ ਆਏ ਹਾਂ। EWS ਮੰਚ ਦੇ ਵਿੱਚ ਕੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਸੈਂਟਰ ਸਰਕਾਰ ਨੇ ਜਿਹੜੇ ਜਰਨਲ ਕੈਟਾਗਰੀ ਦੇ ਬੱਚੇ ਨੇ ਉਹਨਾਂ ਨੂੰ 10% ਕੋਟਾ ਅਲੱਗ ਤੋਂ ਦਿੱਤਾ ਸੀ। ਉਸ ਕੋਟੇ ਦੇ ਵਿੱਚ ਕੁਝ ਰਿਆਇਤਾਂ ਜਿਹੜੀਆਂ ਦੇਤੀਆਂ ਸੀ, ਜਿਹਦੇ 'ਚ ਕੀ ਸੀ ਕਿ ਜਿੰਨੀਆਂ ਵੀ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ ਉਹਨਾਂ ਦੇ ਵਿੱਚ 10% ਕੋਟਾ EWS ਦਾ ਹੁੰਦਾ, ਜਿਹੜੇ ਕਿ ਇਕਨੋਮਿਕ ਵੀਕਰ ਸੈਕਸ਼ਨ ਦੇ ਵਿੱਚ ਬੱਚੇ ਆਉਂਦੇ ਨੇ, ਪਰ ਉਹ ਹੁੰਦੇ ਜਰਨਲ ਕੈਟਾਗਰੀ ਦੇ ਨੇ। ਪਰ ਅਸੀਂ ਪਿਛਲੀ ਸਰਕਾਰ ਤੋਂ ਵੀ ਮੰਗ ਕਰਦੇ ਰਹੇ ਹਾਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਵੀ, ਚੰਨੀ ਸਰਕਾਰ ਤੋਂ ਵੀ, ਕਿਉਂਕਿ ਪਰਸੋਨਲ ਡਿਪਾਰਟਮੈਂਟ ਉਹਨਾਂ ਕੋਲ ਸੀ। ਇਹਦੇ ਵਿੱਚ ਕੀ ਹੈ ਕਿ ਸਾਰੀਆਂ ਜਿਹੜੀਆਂ ਸਾਨੂੰ SC ਤੇ BC ਨੂੰ ਜਿੰਨੀਆਂ ਛੋਟਾਂ ਦਿੱਤੀਆਂ ਜਾਂਦੀਆਂ ਨੇ, ਉਮਰ ਦੇ ਵਿੱਚ ਹੈ, ਚਾਹੇ ਨੰਬਰਾਂ ਦੇ ਵਿੱਚ ਹੈ, ਚਾਹੇ ਫੀਸ ਦੇ ਵਿੱਚ ਹੈ, ਉਹ ਸਾਰੀਆਂ ਜਿਹੜੀਆਂ ਛੋਟਾਂ ਸਾਨੂੰ ਨਹੀਂ ਦਿੱਤੀਆਂ ਜਾਂਦੀਆਂ। ਅਸੀਂ ਮੰਗ ਕਰਦੇ ਹਾਂ ਕਿ EWS ਦਾ ਮਤਲਬ ਹੀ ਇਹ ਹੈ ਕਿ ਜਰਨਲ ਕੈਟਾਗਰੀ ਦੇ ਵਿੱਚ ਉਹ ਬੱਚੇ ਇਸ ਦੇ ਵਿੱਚ ਆਉਂਦੇ ਨੇ ਜਿਹੜੇ ਕਿ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਨੇ, ਤੇ ਅਸੀਂ ਮੰਗ ਕਰਦੇ ਹਾਂ ਕਿ ਜਿੰਨੀਆਂ ਵੀ ਸਹੂਲਤਾਂ SC ਤੇ BC ਦੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਉਹ EWS ਦੇ ਵਿੱਚ ਵੀ ਦਿੱਤੀਆਂ ਜਾਣ। ਇੱਕ EWS ਦਾ ਜਿਹੜਾ ਕਮਿਸ਼ਨ ਅਲੱਗ ਤੋਂ ਪੰਜਾਬ ਦੇ ਵਿੱਚ ਬਣਾਇਆ ਜਾਵੇ, ਜਿਹਦੇ ਕੋਲ ਸਿੱਧੀਆਂ ਸ਼ਿਕਾਇਤਾਂ ਲੈ ਕੇ ਅਸੀਂ ਜਾ ਵੜੀਏ। ਇੱਕ ਬੇਨਤੀ ਪੰਜਾਬ ਸਰਕਾਰ ਨੂੰ ਇਹ ਹੈ ਕਿ ਅੱਜ ਵੀ ਇੱਥੇ ਕੁਛ ਨਾ ਕੁਛ ਸੁਣਨ ਨੂੰ ਮਿਲ ਰਿਹਾ ਕਿ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੱਦੀ ਗਈ ਹੈ, CM ਵੱਲੋਂ ਸਾਰੀਆਂ ਜਥੇਬੰਦੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। CID ਨਾਲ ਗੱਲ ਕਰਦੇ ਹਾਂ, ਜਿੱਥੋਂ ਅਸੀਂ ਆਏ ਹਾਂ ਤਾਂ ਉੱਥੇ ਕਿਹਾ ਜਾਂਦਾ ਹੈ, ਇੱਥੇ ਆ ਕੇ ਪਤਾ ਲੱਗਿਆ ਕੁਝ ਜਥੇਬੰਦੀਆਂ ਦੇ ਨੂੰ ਲੈਟਰ ਜਾਰੀ ਕੀਤੇ ਗਏ ਹੈ ਕਿ ਤੁਹਾਡੀ ਮੀਟਿੰਗ ਹੈ। ਬਹੁਤ ਸਾਰੀਆਂ ਜਥੇਬੰਦੀਆਂ ਇਹੋ ਜਿਹੀਆਂ ਨੇ ਜਿਹੜੀਆਂ ਕਿ ਸਿੱਧੀ CID ਦੇ ਕਹਿਣ ਤੇ ਆਈਆਂ ਨੇ ਇੱਥੇ, ਪਰ ਹੋ ਸਕਦਾ ਹੈ ਵੀ ਮੀਟਿੰਗ ਹੋ ਜੇ, ਅਸੀਂ ਤਾਂ ਕਹਿੰਦੇ ਹਾਂ ਵੀ ਹੋਣੀ ਚਾਹੀਦੀ ਹੈ। ਪਰ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਉਹ ਹਮੇਸ਼ਾ ਮਾਨ ਸਾਹਿਬ ਇਹ ਕਹਿੰਦੇ ਨੇ ਕਿ ਇਹ ਆਮ ਲੋਕਾਂ ਦੀ ਸਰਕਾਰ ਹੈ। ਜੇਕਰ ਐਸੇ ਤਰ੍ਹਾਂ ਹੀ ਮੀਟਿੰਗਾਂ ਹੋਣਗੀਆਂ, ਲੋਕ ਸਵੇਰ 9 ਵਜੇ ਆ ਕੇ ਸ਼ਾਮ ਨੂੰ 5 ਵਜੇ 7 ਵਜੇ ਤੱਕ ਖੜੇ ਰਹਿਣਗੇ, ਤਾਂ ਫਿਰ ਸਾਨੂੰ ਨਹੀਂ ਲੱਗਦਾ ਕਿ ਆਮ ਲੋਕਾਂ ਦੀ ਸਰਕਾਰ ਹੈ। ਪਹਿਲਾਂ ਹੁੰਦਾ ਰਿਹਾ, ਕਦੇ ਸਾਨੂੰ ਸੈਕਟਰੀਏਟ ਸੱਦ ਲੈਂਦੇ ਸੀ, ਕਦੇ ਪੰਜਾਬ ਭਵਨ ਸੱਦ ਲੈਂਦੇ ਸੀ, ਕਦੇ ਸਾਨੂੰ ਐਜੂਕੇਸ਼ਨ ਮਿਨਿਸਟਰ ਦੀ ਕੋਠੀ ਸੱਦ ਲੈਂਦੇ ਸੀ, ਕਦੇ ਸਾਨੂੰ CM ਸਾਹਿਬ ਦੀ ਕੋਠੀ ਸੱਦ ਲੈਂਦੇ ਸੀ। ਸਾਡੇ ਨਾਲ ਉਹ ਨਾ ਹੋਵੇ, ਸਾਨੂੰ ਆਮ ਲੋਕਾਂ ਵਾਂਗੂ ਆ ਕੇ ਇਹਨਾਂ ਦੇ ਮਿਨਿਸਟਰ, ਇਹਨਾਂ ਦੇ ਜਿਹੜੇ MLA ਨੇ ਉਹ ਮਿਲਣ, ਤਾਂ ਕਿ ਸਾਨੂੰ ਲੱਗੇ ਕਿ ਵਾਕਈ ਆਮ ਲੋਕਾਂ ਦੀ ਸਰਕਾਰ ਹੈ। ਸਾਡੀਆਂ ਸਮੱਸਿਆਵਾਂ ਤਾਂ ਬਾਅਦ ਦੀ ਗੱਲ ਹੈ ਹੱਲ ਹੋਣਾ, ਸਾਨੂੰ ਮਿਲਣ ਵਾਸਤੇ ਹੈਰਾਨ ਨਾ ਹੋਣਾ ਪਵੇ, ਕਿਉਂਕਿ ਇੱਥੇ ਕੋਈ ਪ੍ਰਬੰਧ ਨਹੀਂ ਹੁੰਦਾ। ਜਿੰਨੀਆਂ ਜਥੇਬੰਦੀਆਂ ਆਈਆਂ ਨੇ ਸਾਰੀਆਂ, ਮੈਨੂੰ ਇਹ ਯਕੀਨ ਹੈ ਕਿਉਂਕਿ ਅਸੀਂ ਪਿਛਲੇ 10 ਸਾਲਾਂ ਤੋਂ ਸੰਘਰਸ਼ ਲੜ ਰਹੇ ਹਾਂ, ਮੈਨੂੰ ਇਹ ਪੱਕਾ ਯਕੀਨ ਹੈ ਕਿ ਸਾਰੇ ਸ਼ਾਮ ਤੱਕ ਇੱਥੇ ਭੁੱਖੇ ਤੇ ਆਏ ਖੜੇ ਰਹਿਣਗੇ। ਕੋਈ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ। ਜੇ ਤੁਸੀਂ ਸੱਦਿਆ ਹੈ ਤਾਂ ਘੱਟੋ ਘੱਟ ਪਾਣੀ ਦਾ ਕੋਈ ਸਿਸਟਮ ਕੋਈ ਇਸ ਤਰ੍ਹਾਂ ਦਾ ਤਾਂ ਹੋਵੇ ਨਾ। ਅਸੀਂ ਵੀ ਤਾਂ ਉਹਨਾਂ ਨੂੰ ਵੋਟਾਂ ਪਾ ਕੇ ਇੱਥੋਂ ਤੱਕ ਲੈ ਕੇ ਆਏ ਹਾਂ। ਪਹਿਲਾਂ ਪੰਜਾਬ ਦੇ ਵਿੱਚ 20 MLA ਸੀ ਆਮ ਆਦਮੀ ਪਾਰਟੀ ਦੇ, ਅੱਜ 20 ਤੋਂ 92 ਹੋਏ ਨੇ। ਉਹ ਇਹਨਾਂ ਲੋਕਾਂ ਕਰਕੇ ਹੋਏ ਨੇ। ਤਾਂ ਕਰਕੇ ਅਸੀਂ ਅਪੀਲ ਕਰਦੇ ਹਾਂ ਪੰਜਾਬ ਸਰਕਾਰ ਨੂੰ ਕਿ ਇਸ ਵੱਲ ਧਿਆਨ ਦਿਓ। ਇੱਥੇ ਤਾਂ ਚਲੋ ਕੁਦਰਤੀ ਦਰਖਤ ਹੈਗੇ ਆ, ਅਸੀਂ ਛਾਵੇਂ ਖੜੇ ਹਾਂ, ਮੀਡੀਆ ਸਾਨੂੰ ਕਵਰ ਕਰ ਰਿਹਾ ਹੈ, ਤੇ ਨਹੀਂ ਤਾਂ ਇਹ ਹਾਲਾਤ ਬਣ ਜਾਂਦੇ ਆ ਕਿ ਅਸੀਂ ਸਾਰਾ ਦਿਨ ਧੁੱਪੇ ਬੈਠ ਕੇ ਵੀ ਇੱਥੇ ਕੱਢਿਆ ਹੋਇਆ। ਤਾਂ ਮੁੱਖ ਮੰਤਰੀ ਨੂੰ ਖਾਸ ਬੇਨਤੀ ਹੈ ਕਿ ਇਹ ਜੇ ਅਗਲੇ ਟਾਈਮ ਤੋਂ ਜਦੋਂ ਵੀ ਕੋਈ ਮੀਟਿੰਗਾਂ ਸੱਦੀਆਂ ਜਾਂਦੀਆਂ, ਪ੍ਰੋਪਰ ਚੈਨਲ ਸੱਦੀਆਂ ਜਾਣ, ਸਾਰੀਆਂ ਜਥੇਬੰਦੀਆਂ ਨੂੰ ਲੈਟਰ, ਸਾਰੀਆਂ ਜਥੇਬੰਦੀਆਂ ਨੂੰ ਪੂਰਾ ਟਾਈਮ ਦਿੱਤਾ ਜਾਵੇ ਕਿ ਇੰਨੇ ਵਜੇ ਤੁਹਾਡੀ ਮੀਟਿੰਗ ਹੈ, ਉਹ ਸਹੀ ਟਾਈਮ ਤੇ ਹੋ ਜੇ। ਸੋ ਇਹ ਬੇਨਤੀ ਸੀ। EWS ਵਾਲਾ ਮੁੱਦਾ ਸਾਡਾ ਦੁਬਾਰੇ ਤੋਂ ਮੈਂ ਤੁਹਾਨੂੰ ਇਹਦੇ ਵਿੱਚ ਨੌਲੇਜ 'ਚ ਲਿਆਉਣਾ ਚਾਹੁੰਦਾ ਮੀਡੀਆ ਰਾਹੀਂ ਕਿ EWS ਦਾ ਮੁੱਦਾ ਬਹੁਤ ਅਹਿਮ ਮੁੱਦਾ ਹੈ ਪੰਜਾਬ ਦੇ ਵਿੱਚ। ਜਿਹੜੇ ਜਰਨਲ ਵਰਗ ਦੇ ਬੱਚੇ ਬਹੁਤ ਮਤਲਬ ਵੀਕ ਨੇ, ਆਰਥਿਕ ਤੌਰ ਤੇ ਕਮਜ਼ੋਰ ਨੇ, ਉਹਨਾਂ ਨੂੰ ਖਾਸ ਧਿਆਨ ਦੇ ਵਿੱਚ ਲਿਆਂਦਾ ਜਾਵੇ। ਧੰਨਵਾਦ ਜੀ। ਤੇ ਇੱਥੇ ਹੋਰ ਵੀ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਪੁੱਛ ਲੈਂਦੇ ਆ ਜੀ। ਕਿੱਥੋਂ ਆਏ ਹੋ ਤੁਸੀਂ? ਮੇਰਾ ਨਾਮ ਨਰੇਸ਼ ਸ਼ਰਮਾ, ਅਸੀਂ ਲੁਧਿਆਣੇ ਤੋਂ ਆਏ ਹਾਂ ਜੀ। ਕੀ ਮੰਗਾਂ ਲੈ ਕੇ ਅੱਜ ਤੁਸੀਂ ਇੱਥੇ ਆਏ ਹੋ? ਇੱਥੇ ਮੈਡਮ ਇਹਨਾਂ ਕੋਆਪਰੇਟਿਵ ਬੈਂਕ ਦੀਆਂ ਨਿਕਲੀਆਂ ਸੀਗੀਆਂ ਜੀ ਪੋਸਟਾਂ ਜੀ, ਬਟ ਇਹ ਸਾਰੀਆਂ ਫਿਲ ਨਹੀਂ ਕੀਤੀਆਂ ਗਈਆਂ। ਤੇ ਦੂਜੀ ਚੀਜ਼, ਜਦੋਂ ਇਹਨਾਂ ਨੇ ਜੋਬਸ ਕੱਢੀਆਂ ਉਹ 500 ਦੇ 739 ਦੇ ਕਰੀਬ ਸੀਗੀਆਂ ਤੇ 500 ਸਮਥਿੰਗ ਦੇ ਕਰੀਬ ਇਹਨਾਂ ਨੇ ਭਰੀਆਂ, ਬਟ ਜਦੋਂ ਭਰੀਆਂ ਉਸ ਤੋਂ ਬਾਅਦ ਵੇਟਿੰਗ ਲਿਸਟ ਨਹੀਂ ਕੱਢੀ, ਜਦ ਕਿ ਪੰਜਾਬ ਦੇ ਵਿੱਚ ਰੂਲ ਹੈ ਕਿ ਉਹ ਘੱਟੋ ਘੱਟ ਨਹੀਂ 3 ਟਾਈਮਸ ਕਾਲ ਕਰਦੇ ਨੇ ਡਾਕੂਮੈਂਟੇਸ਼ਨ ਲਈ, ਉਹ ਕਾਲ ਨਹੀਂ ਕੀਤੀ। ਸੈਕਿੰਡ ਥਿੰਗ ਕਿ ਸਵੇਰ ਦੇ ਅਸੀਂ ਖੜੇ ਹੈਗੇ, ਜਿੱਦਾਂ ਕਿ ਹੁਣੀ ਕਿਹਾ ਇਹਨਾਂ ਨੇ, ਸਵੇਰ ਦੇ ਖੜੇ, ਸਾਡਾ ਕੋਈ ਇੱਥੇ ਕੋਈ ਪ੍ਰਬੰਧ ਨਹੀਂ, ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ। ਈਵਨ ਕਿ ਜਦੋਂ ਵੋਟਾਂ ਪਈਆਂ ਅਸੀਂ ਆਪਣੇ ਨਾਲ ਆਪਣੇ ਭਰਾਵਾਂ ਨੂੰ, ਆਪਣੇ ਗੁਆਂਢੀਆਂ ਨੂੰ ਨਾਲ ਲੈ ਕੇ ਤੁਰਦੇ ਰਹੇ। ਅਸੀਂ ਆਪਣੀ ਡਿਪਾਰਟਮੈਂਟ ਜਿੱਥੇ ਸਾਡਾ ਦਿਲ ਕੀਤਾ ਉੱਥੇ ਆਟੋ ਵਾਲੇ ਤੇ ਰੋਕ ਕੇ ਕਿਹਾ ਅਸੀਂ ਆਮ ਆਦਮੀ ਪਾਰਟੀ ਨੂੰ ਲੈ ਕੇ ਆਣਾ। ਉਹ ਕਿਉਂ ਲੈ ਕੇ ਆਣਾ? ਕਿਉਂਕਿ ਮਾਨ ਸਾਹਿਬ ਨੇ ਸਾਨੂੰ ਕਿਹਾ ਸੀ ਅਸੀਂ ਤੁਹਾਡੇ ਘਰੋਂ ਉੱਠੇ ਹੋਏ ਹਾਂ, ਸਾਡੀ ਸਰਕਾਰ ਗਲੀਆਂ 'ਚੋਂ ਚੱਲੇਗੀ, ਸਾਡੀ ਸਰਕਾਰ ਪਿੰਡਾਂ 'ਚੋਂ ਚੱਲੇਗੀ, ਨਾ ਕਿ ਸਾਡੇ ਹਾਊਸ 'ਚੋਂ ਚੱਲੇਗੀ। ਬਟ ਅੱਜ ਮੈਨੂੰ ਇੱਥੇ ਆ ਕੇ ਫੀਲ ਹੋਇਆ ਕਿ ਸਰਕਾਰ ਫਿਰ ਆਪਣੇ ਆਫਿਸ ਤੋਂ ਚੱਲਦੀ ਹੈ। ਤੀਜੀ ਚੀਜ਼, ਇੱਥੇ ਸਵੇਰ ਦੇ ਮੈਂ ਦੇਖ ਰਿਹਾ ਕਿ ਕਾਫੀ ਜਥੇਬੰਦੀਆਂ ਆਪਣੇ ਆਪਣੇ ਲੈਟਰ ਦੇ ਰਹੀਆਂ ਨੇ,
ਇੱਥੋਂ ਇੱਕ ਆਫੀਸ਼ੀਅਲ ਆਉਂਦੇ ਨੇ, ਉਹ ਲੈ ਕੇ ਚੱਲ ਜਾਂਦੇ ਨੇ, ਬਟ ਉਹ ਕੋਲ ਨਹੀਂ ਕਰਦੇ ਉਹਨਾਂ ਨੂੰ, ਉੱਥੇ ਹੀ ਬੈਠੇ ਨੇ, ਫਿਰ ਆਉਂਦੇ ਨੇ, ਫਿਰ ਲੈ ਕੇ ਚੱਲਦੇ, ਫਿਰ ਕੋਲ ਨਹੀਂ ਕਰਦੇ ਉਹਨਾਂ ਨੂੰ। ਇਹ ਚੀਜ਼ ਨੋਟ ਕੀਤੀ ਜਾ ਰਹੀ ਹੈ। ਤੀਜੀ ਚੀਜ਼, ਇਹਨਾਂ ਨੇ ਜਦੋਂ ਸਾਨੂੰ ਕਿਹਾ ਕਿ ਆਓ ਸਵੇਰੇ ਮਿਲੋ, ਹੁਣ ਅਸੀਂ ਇਹਨਾਂ ਨੂੰ ਮੰਗ ਪੱਤਰ ਸਵੇਰ ਦਾ ਦਿੱਤਾ ਹੋਇਆ, ਅਸੀਂ ਇੱਥੇ ਹੀ ਖੜੇ ਆਂਗੇ। ਜਿੱਦਾਂ ਕਿ ਇਹਨਾਂ ਨੇ ਕਿਹਾ ਕਿ ਅਸੀਂ ਸਵੇਰ ਸ਼ਾਮ ਤੱਕ ਖੜਾਂਗੇ, ਲੋੜ ਪਈ ਤੇ ਅਸੀਂ ਰਾਤ ਤੱਕ ਖੜਾਂਗੇ, ਲੋੜ ਪਈ ਤੇ 3 ਦਿਨ ਇੱਥੇ ਹੀ ਬੈਠੇ ਆ, ਬਟ ਸਾਡੀ ਸੁਣਨ ਵਾਲਾ ਕੋਈ ਨਹੀਂ ਜੀ। ਇੱਥੇ ਅਸੀਂ ਬੈਰੀਕੇਡ ਅਸੀਂ ਟੱਪ ਕੇ ਤੁਹਾਡੇ ਕੰਨੀ ਨਹੀਂ ਆ ਸਕਦੇ। ਇਹ ਹੁਣ ਫੇਰ ਫੀਲ ਹੋ ਰਿਹਾ, ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ, ਅਸੀਂ ਆਪਣੇ ਆਪ ਨੂੰ ਵੋਟ ਪਾਈ ਸੀ, ਲੇਕਿਨ ਇੱਥੇ ਆ ਕੇ ਫੀਲ ਹੋ ਰਿਹਾ ਅਸੀਂ ਆਪਣੇ ਆਪ ਨੂੰ ਵੋਟ ਨਹੀਂ ਪਾਈ। ਫਿਰ ਕਿਸ ਤਰ੍ਹਾਂ ਸੋਚਦੇ ਹੋ ਕਿ ਆਸ ਖਤਮ ਹੋ ਗਈ ਹੈ? ਆਸ ਖਤਮ ਤਾਂ ਨਹੀਂ ਅਸੀਂ ਕਹਿ ਸਕਦੇ, ਆਸ ਹਜੇ ਵੱਜੀ ਹੋਈ ਆ ਜਦ ਤੱਕ ਸਾਨੂੰ ਰਿਸਪੌਂਸ ਨਹੀਂ ਆਉਂਦਾ। ਸਪੋਜ਼ ਕਰੋ ਅਸੀਂ ਇੱਥੇ ਬੈਠੇ ਜੇ ਰਿਸਪੌਂਸ ਨਹੀਂ, ਆਸ ਤਾਂ ਫਿਰ ਖਤਮ ਸਾਡੀ। ਜੇ ਇਹ ਆਮ ਆਦਮੀ ਪਾਰਟੀ ਕਹਿੰਦੀ ਅਸੀਂ 5 ਸਾਲ ਲਈ ਆਏ ਆ, ਅਸੀਂ ਕਹਿੰਦੇ ਅਸੀਂ ਤੁਹਾਨੂੰ 15 ਸਾਲ ਲਈ ਲੈ ਕੇ ਆਵਾਂਗੇ, ਸਾਡਾ ਸਾਥ ਤਾਂ ਦਿਓ। ਇਹ ਤਾਂ ਪਹਿਲਾਂ ਹੀ, ਜੇਕਰ ਇਹਨਾਂ ਨੇ ਪਹਿਲਾਂ ਇੱਦਾਂ ਹੀ ਦਿਖਾਤਾ ਫਿਰ ਕਿੱਥੋਂ ਆ ਜਾਣਗੇ? ਅਸੀਂ ਲੋਕ ਆ ਜਿਹੜੇ ਇਹਨਾਂ ਨੂੰ ਲੈ ਕੇ ਆਏ, ਅਸੀਂ ਲੋਕ ਆ ਜਿਹੜੇ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ਤੇ ਬੈਠੇ ਸਾਰਿਆਂ ਨੂੰ ਕਿਹਾ ਕਿ ਲੈ ਕੇ ਆਓ ਜੀ, ਆਮ ਪਾਰਟੀ ਹੈ, ਸਾਡੀ ਆਪ ਦੀ ਪਾਰਟੀ ਹੈ, ਬਟ ਮੈਨੂੰ ਲੱਗਾ ਨਹੀਂ ਹੁਣ ਉਹ ਰਿਸਪੌਂਸ ਆਇਆ ਨਹੀਂ ਜੀ ਜਿੰਨਾ ਆਉਣਾ ਚਾਹੀਦਾ ਜੀ। ਜਿਵੇਂ ਤੁਸੀਂ ਕਿਹਾ ਕਿ ਇੱਕ ਅਫੀਸ਼ੀਅਲ ਆਂਦਾ ਹੈ ਕਿ ਉਹ ਤੁਹਾਡੇ ਤੋਂ ਮੰਗ ਪੱਤਰ ਲੈ ਕੇ ਚਲਾ ਜਾਂਦਾ ਹੈ, ਪਰ ਇਹ ਵੀ ਸੁਣਨ ਚ ਆਇਆ ਕਿ ਕੁਝ ਜਥੇਬੰਦੀਆਂ ਅੰਦਰ ਮੀਟਿੰਗ ਕਰਨ ਲਈ ਵੀ ਗਈਆਂ ਨੇ। ਨਹੀਂ, ਉਹ ਮੈਨੂੰ ਨਹੀਂ ਮਿਲੀਆਂ ਨੇ, ਇਹ ਮੇ ਵੀ ਗਈਆਂ ਹੁਣ, 1-2 ਗਈਆਂ ਹੁਣ, ਲਈ ਖੜੇ ਦੇਖੋ ਨਾ ਕਿੰਨੇ ਜਣੇ ਹੈਗੇ ਆਪਣੇ ਕੋਲ। ਇਹਨਾਂ ਦਾ ਰਿਸਪੌਂਸ ਨਹੀਂ। ਸਪੋਜ਼ ਕਰੋ ਜੇਕਰ ਮੰਨ ਲਿਆ ਕਿ 1-2 ਗਈਆਂ ਤੇ ਬਾਕੀਆਂ ਦਾ, ਇਹ ਤਾਂ ਕਹਿੰਦੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਸਾਨੂੰ ਕਿ ਮੈਂ ਸੀਐਮ ਹੋਊਂਗਾ, ਤੁਹਾਡੇ ਘਰ ਦਾ ਹੋਊਂਗਾ, ਆ ਕੇ ਮਿਲਾਂਗਾ, ਸਾਨੂੰ ਕੋਈ ਆ ਕੇ ਮਿਲਿਆ ਨਹੀਂ, ਸਾਨੂੰ ਕੋਈ ਵਿਸ਼ ਨਹੀਂ ਗਿਆ, ਅਸੀਂ ਇੱਥੋਂ ਸਤਿ ਸ਼੍ਰੀ ਅਕਾਲ ਕਹਿੰਦੇ, ਉੱਥੋਂ ਦੀ ਕੋਈ ਰਿਸਪੌਂਸ ਨਹੀਂ ਆਉਂਦਾ ਜੀ। ਬਸ ਇਹੀ ਕੰਮ। ਮੈਂ ਇੱਕ ਗੱਲ ਐਡ ਕਰਨਾ ਚਾਹੂੰਗਾ ਕਿ 25000 ਨਵੀਆਂ ਵੈਕੈਂਸੀਜ਼ ਸਰਕਾਰ ਨੇ ਅਨਾਉਂਸ ਕੀਤੀਆਂ ਨੇ। ਹੁਣ 25000 ਨਵੀਆਂ ਵੈਕੈਂਸੀਜ਼ ਤਾਂ ਅਨਾਉਂਸ ਹੋਣ ਨਾ ਜੇ ਪਹਿਲਾਂ ਪਿਛਲਿਆਂ ਨੂੰ ਮਿਲ ਗਈ ਹੋਣ। ਹੁਣ ਤੁਸੀਂ ਜਿੰਨੇ ਵੀ ਜਾਣਿਆਂ ਦਾ ਇੰਟਰਵਿਊ ਲਿਆ ਹੈ, ਸਭ ਦੀ ਕੀ ਕਾਮਨ ਗੱਲ ਹੈ ਕਿ ਵੇਟਿੰਗ ਲਿਸਟ। ਹੁਣ ਦੇਖੋ ਤੁਸੀਂ ਪੇਪਰ ਦੇਣ ਵਾਲੇ ਤਾਂ ਸੇਮ ਹੀ ਸਟੂਡੈਂਟ ਨੇ, ਉਹ ਜੇ 10 ਭਰਤੀਆਂ ਨਿਕਲਣਗੀਆਂ, 10 ਭਰਤੀਆਂ ਦੇ ਵਿੱਚ 10 ਬੱਚਾ ਪੇਪਰ ਭਰੂਗਾ। ਕਿਉਂਕਿ ਉਹਦੇ ਕੋਲ ਰੁਜ਼ਗਾਰ ਨਹੀਂ ਹੈ, ਔਰ ਉਹਨੂੰ ਇਹ ਵੀ ਨਹੀਂ ਪਤਾ ਕਿ ਉਹਦਾ ਕਿਹੜਾ ਪੇਪਰ ਕਰੈਕ ਹੋਊਗਾ, ਕਿਹੜਾ ਨਹੀਂ ਹੋਊਗਾ। ਹੁਣ ਹਰ ਪੇਪਰ ਮੰਨ ਲਓ ਇੱਕ ਬੱਚੇ ਦੇ 5 ਪੇਪਰ ਕਲੀਅਰ ਹੋ ਗਏ ਤਾਂ 5 ਜਗ੍ਹਾ ਤੇ ਉਹਦਾ ਨਾਮ ਆਊਗਾ, ਜੋਬ ਤਾਂ ਇੱਕ ਹੀ ਕਰ ਸਕੂਗਾ। ਤਾਂ 4 ਜਗ੍ਹਾ ਜਿੱਥੇ ਨਾਮ ਆਉਂਦਾ ਉੱਥੇ ਜੇ ਉਹ ਜੁਆਇਨ ਕਰਕੇ ਛੱਡ ਦਿੰਦਾ, ਉਹ ਸੀਟ ਸਕ੍ਰੈਪ ਕਰ ਦਿੰਦੇ ਨੇ। ਫਿਰ ਜਦੋਂ ਅਗਲੀ ਵੈਕੈਂਸੀ ਨਿਕਲੂਗੀ ਉਸ ਦੇ ਵਿੱਚ ਬੈਕਲੌਗ ਐਡ ਕਰ ਦਿੰਦੇ ਨੇ। ਹੁਣ ਲੈਟ ਅਸ ਸਪੋਜ਼ ਮੰਨ ਲਓ ਕੋਈ ਵੈਕੈਂਸੀ ਨਿਕਲੀ ਹੈ, ਜੇ 300 ਵੈਕੈਂਸੀ ਨਿਕਲੀ ਹੈ, ਇਹਦਾ ਕੀ ਮਤਲਬ ਹੈ? 300 ਵੈਕੈਂਸੀ ਦਾ ਮਤਲਬ ਇਹ ਹੈ ਕਿ 300 ਬੰਦੇ ਚਾਹੀਦੇ ਨੇ ਉਹਨਾਂ ਨੂੰ। ਤਾਂ 300 ਬੰਦੇ ਤਾਂ ਹੈਗੇ ਨੇ, ਕਿੱਥੇ ਹੈਗੇ ਨੇ? ਪਿਛਲੇ ਬੱਚਿਆਂ ਨੂੰ ਤੁਸੀਂ ਮੌਕਾ ਦਿਓ, ਤੁਸੀਂ ਨਵੀਂ ਵੈਕੈਂਸੀ ਅੱਗੇ ਕਰੀ ਜਾਓਗੇ ਕਿ ਨਿਕਲੇਗੀ। ਹੁਣ ਲੈਟ ਅਸ ਸਪੋਜ਼ ਕੋਆਪਰੇਟਿਵ ਦੀ ਵੈਕੈਂਸੀ ਨਿਕਲੀ ਹੈ ਜਾਂ ਪੰਜਾਬ ਪੁਲਿਸ ਦੀ ਵੈਕੈਂਸੀ ਨਿਕਲੀ ਹੈ, ਲਾਸਟ ਈਅਰ 2016 2017 ਦੇ ਵਿੱਚ ਨਿਕਲੀ ਸੀ। ਹੁਣ ਫਿਰ ਕਦੋਂ ਨਿਕਲੀ ਹੈ? 2020-21 ਦੇ ਵਿੱਚ। ਮਤਲਬ ਇੱਕ ਵੈਕੈਂਸੀ ਦੇ ਲਈ ਬੱਚਾ 4 ਸਾਲ ਵੇਟ ਕਰੂਗਾ। ਤੁਸੀਂ ਆਪ ਸੋਚੋ। ਹੁਣ ਰੀਸੈਂਟ ਇੱਕ ਡਿਸੀਜਨ ਆਇਆ ਗਵਰਨਮੈਂਟ ਦਾ ਕਿ ਪੈਨਸ਼ਨ ਬੰਦ ਕਰ ਰਹੇ ਨੇ। ਇੱਕ ਐਮਐਲਏ ਨੂੰ ਇੱਕ ਟਰਮ ਦੀ ਹੀ ਪੈਨਸ਼ਨ ਮਿਲੂਗੀ, ਚਾਹੇ ਉਹ ਜਿੰਨੀ ਵਾਰ ਮਰਜ਼ੀ ਬਣਿਆ ਹੋਵੇ। ਹੁਣ ਦੇਖੋ ਜਦੋਂ ਪੈਨਸ਼ਨ ਬੰਦ ਹੋਈ ਤਾਂ ਉਹ ਕਹਿ ਰਹੇ ਨੇ ਜਿਹੜੇ ਐਕਸ ਨੇ ਕਿ ਪੈਨਸ਼ਨ ਕਿਉਂ ਬੰਦ ਕੀਤੀ ਗਈ। ਉਹਨਾਂ ਨੂੰ 75 80 ਹਜ਼ਾਰ ਪੈਨਸ਼ਨ ਮਿਲਦੀ ਹੈ, ਤੇ ਇੱਥੇ ਬੱਚਿਆਂ ਨੂੰ ਜਿਹੜੇ ਡਿਗਰੀਆਂ ਕਰ ਚੁੱਕੇ ਹੁੰਦੇ ਨੇ, ਮਾਸਟਰਸ ਕਰ ਚੁੱਕੇ ਹੁੰਦੇ ਨੇ, PhD ਕਰ ਚੁੱਕੇ ਹੁੰਦੇ ਨੇ, 10000 ਪ੍ਰੋਬੇਸ਼ਨਰੀ ਪੀਰੀਅਡ ਦੇ ਵਿੱਚ ਦਿੰਦੇ ਨੇ। ਤੁਸੀਂ ਦੱਸੋ 10000 'ਚ ਗੁਜ਼ਾਰਾ ਹੋ ਸਕਦਾ? ਉਹਨਾਂ ਨੂੰ 75000 ਰੁਪਇਆ ਨਹੀਂ ਪੂਰਾ ਪੈ ਰਿਹਾ, ਇੱਥੇ 10-10000 ਰੁਪਏ ਬੱਚਿਆਂ ਨੂੰ ਦੇ ਰਹੇ ਨੇ ਪ੍ਰੋਬੇਸ਼ਨਰੀ। ਤੁਸੀਂ ਇਹ ਦੱਸੋ ਕਿ ਇੱਕ ਬੱਚਾ 10000 'ਚ ਆਪਣਾ ਘਰ ਕਿਵੇਂ ਚਲਾਊਗਾ? ਠੀਕ ਹੈ, ਤਾਂ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਪ੍ਰੋਬੇਸ਼ਨਰੀ ਪੀਰੀਅਡ ਹਟਾਵਾਂਗੇ ਤੇ ਫੁੱਲ ਸੈਲਰੀ ਦੇਵਾਂਗੇ। ਚਲੋ ਬਾਅਦ ਦੀਆਂ ਗੱਲਾਂ ਨੇ, ਪਹਿਲਾਂ ਤਾਂ ਇਹੀ ਮੰਗ ਪੱਤਰ ਅਸੈਪਟ ਕਰਨ ਕਿ ਜਿਹੜੀ ਵੇਟਿੰਗ ਲਿਸਟ ਹੈ ਸਭ ਦੀ ਕਾਮਨ ਵੇਟਿੰਗ ਲਿਸਟ ਬਣੇ। ਠੀਕ ਹੈ, ਮੇਰਾ ਇਕੱਲੇ ਦਾ ਮੁੱਦਾ ਨਹੀਂ ਹੈ ਕਿ ਮੈਂ ਕੋਆਪਰੇਟਿਵ ਦਾ ਜਾਂ ਕੋਈ ਕਿਸੇ ਹੋਰ ਦਾ ਮੁੱਦਾ ਨਹੀਂ ਹੈ ਕਿ ਉਹ ਪੁਲਿਸ ਦਾ, ਸਾਰਿਆਂ ਦਾ ਸੇਮ ਹੀ ਮੁੱਦਾ ਹੈ ਕਿ ਵੇਟਿੰਗ ਲਿਸਟ ਕੱਢੋ ਕਿ ਉਹਦੇ ਨਾਲ ਕੀ ਹੈ ਸਭ ਦਾ ਬੈਨੀਫਿਟ ਹੋਏਗਾ। ਠੀਕ ਹੈ ਮੈਡਮ, ਵੇਟਿੰਗ ਲਿਸਟ ਕਿਉਂ ਨਹੀਂ ਕੱਢਦੇ ਜੀ? ਜਿੱਥੇ ਤੱਕ ਮੇਰਾ ਆਈਡੀਆ ਹੈਗਾ, ਜਿੱਦਾਂ ਸਪੋਜ਼ ਕਰੋ 1000 ਜੋਬਸ ਨਿਕਲੀਆਂ ਨੇ, ਇਹਨਾਂ ਨੇ ਕੀ ਕਰਨੀਆਂ? ਸਪੋਜ਼ ਕਰੋ 1000 ਦੇ ਵਿੱਚ 1000 ਬੱਚਾ ਬੁਲਾਇਆ, ਉਹਦੇ ਵਿੱਚੋਂ ਮੰਨ ਲਓ ਕਿ 300 700 ਫਿਲ ਹੋ ਗਈਆਂ, 300 ਰਹਿ ਗਈਆਂ। ਇਹ 300 ਦੀ ਵੇਟਿੰਗ ਲਿਸਟ 'ਚ ਨਹੀਂ ਪਾਣਗੇ। ਇਹ ਨੈਕਸਟ ਟਾਈਮ ਲਈ ਰਿਜ਼ਰਵ ਰੱਖ ਲੈਂਦੇ ਆ, ਫਿਰ ਅਗਲੀ ਵਾਰ ਰਿਕਰੂਟਮੈਂਟ ਕੱਢਣਗੇ। ਸਾਡੇ ਈਵਨ ਕਿ ਇੱਕ ਸਿੰਗਲ ਫਾਰਮ ਭਰਨ ਦਾ ਸਾਡਾ 1500 ਤੋਂ 1400 ਰੁਪਏ ਲੱਗ ਰਿਹਾ ਇੱਥੇ, ਤੇ ਉਹ ਦੁਬਾਰਾ ਕਰ ਦਿੰਦੇ। ਵੇਟਿੰਗ ਲਿਸਟ ਵਾਲੇ ਨਹੀਂ ਬੁਲਾਣਗੇ। ਕਿਉਂ ਨਹੀਂ ਬੁਲਾਣਦੇ? ਦੁਬਾਰਾ ਫਿਰ ਸਾਡੇ ਕੋਲ ਫਾਰਮ ਦੇ ਪੈਸੇ ਲੈਂਦੇ ਨੇ, ਫਿਰ ਦੁਬਾਰਾ ਕਲੈਕਸ਼ਨ ਹੁੰਦੀ ਹੈ। ਅਸੀਂ ਬਸ ਫਾਰਮ ਭਰਦੇ ਹੀ ਰਹਿ ਗਏ। ਚਲੋ ਪੈਸੇ ਦਾ ਸਾਨੂੰ ਕੋਈ ਚੱਕਰ ਨਹੀਂ, ਫਾਰਮ ਦਾ ਸਾਨੂੰ ਕੋਈ ਚੱਕਰ ਨਹੀਂ, ਭਰ ਵੀ ਦਿੰਦੇ ਆ, ਟਰਾਂਸਪੋਰਟ ਦਾ ਕਿਰਾਇਆ ਭਰ ਕੇ ਅਸੀਂ ਆ ਵੀ ਜਾਂਦੇ ਆ। ਗੱਲ ਉਹ ਨਹੀਂ ਹੈ, ਗੱਲ ਇਹ ਹੈ ਕਿ ਸਾਨੂੰ ਟਰਾਂਸਪੇਰੈਂਸੀ ਚਾਹੀਦੀ ਹੈ। ਜਿਹੜੀ ਵੈਕੈਂਸੀ ਨਿਕਲਦੀ ਹੈ ਉਹ ਪ੍ਰੋਸੈਸ ਕਲੀਅਰ ਹੋਣਾ ਚਾਹੀਦਾ। ਹੁਣ ਜੇ ਤੁਹਾਨੂੰ ਮੈਂ ਕੋਆਪਰੇਟਿਵ ਦੀ ਗੱਲ ਕਰਾਂ, ਪਿਛਲੇ ਸਾਲ ਦੀ ਵੈਕੈਂਸੀ ਨਿਕਲੀ ਹੋਈ ਹੈ। ਠੀਕ ਹੈ, ਪਿਛਲੇ ਸਾਲ ਪੇਪਰ ਹੋਇਆ ਸਤੰਬਰ ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ ਜੁਆਇਨਿੰਗਾਂ ਦਿੱਤੀਆਂ ਗਈਆਂ ਨੇ। ਹੁਣ ਤੁਸੀਂ ਉੱਥੋਂ ਹੀ ਹਿਸਾਬ ਲਾ ਲਓ ਕਿ 5-6 ਮਹੀਨੇ ਹੋ ਗਏ, ਉਸ ਤੋਂ ਬਾਅਦ ਵੇਟਿੰਗ ਲਿਸਟ ਨਹੀਂ ਆਈ। ਕੋਡ ਆਫ ਕੰਡਕਟ ਲੱਗ ਜੂਗਾ, ਨਵੀਂ ਸਰਕਾਰ ਆਊਗੀ, ਚਲੋ ਕੋਡ ਆਫ ਕੰਡਕਟ ਵੀ ਲੱਗ ਗਿਆ, ਸਰਕਾਰਾਂ ਵੀ ਬਣ ਗਈਆਂ। ਹੁਣ ਅਗਲਾ ਪ੍ਰੋਸੈਸ ਦੱਸੋ। 18 ਦਿਨ ਹੋ ਗਏ ਨੇ ਸਰਕਾਰ ਬਣੀ ਨੂੰ, ਅਗਲਾ ਸਾਨੂੰ ਕੁਝ ਅਪਲੋਡ ਤਾਂ ਕਰੋ ਸਾਈਟ ਤੇ ਕਿ ਕਦ ਤੁਸੀਂ ਕੁਝ ਕਰੋਗੇ। ਕੁਝ ਟਰਾਂਸਪੇਰੈਂਸੀ ਨਹੀਂ ਹੈ, ਕੋਈ ਡਾਟਾ ਹੀ ਨਹੀਂ ਹੈ ਸਾਡੇ ਕੋਲ। ਦੂਸਰੀ ਮੈਡਮ, ਮਾਨ ਸਾਹਿਬ ਨੇ ਕਿ 25000 ਨਿਊ ਜੋਬਸ ਕੱਢਦੀ, ਬਟ ਇਹਨਾਂ ਨੇ ਦੱਸਿਆ ਨਹੀਂ ਕਿ ਪੁਰਾਣੀਆਂ ਫਿਲ ਕਰਨੀਆਂ ਨਹੀਂ ਕਰਨੀਆਂ। ਹੁਣ 25000 ਸਪੋਜ਼ ਕਰੋ 25000 ਕੱਢਦੀ ਹੈ, ਜਿਨ੍ਹਾਂ ਦਾ ਪਹਿਲੇ ਹੀ 5000 ਬੱਚਿਆਂ ਦਾ ਕਲੀਅਰ ਆ ਉਹ ਦੁਬਾਰਾ ਭਰ ਦੇਣਗੇ।
ਉਹ ਪਿਛਲੀਆਂ ਵੀ ਕਵਰ ਕਰਕੇ ਬੈਠੇ, ਇਹ ਵੀ ਕਵਰ ਕਰਕੇ ਬੈਠੇ, ਕਿਉਂਕਿ ਉਹ ਡਰੇ ਹੋਏ ਸਾਰੇ ਸਾਡੇ ਵਰਗੇ ਆ, ਉਹ ਸਾਰੇ ਡਰੇ ਹੋਣਗੇ। ਅਸੀਂ ਜੇ ਸਪੋਜ਼ ਕਰੋ ਦੁਬਾਰਾ ਉਹੀ ਜੋਬਸ ਲੈ ਕੇ ਬਹਿ ਜੰਨੇ ਆ, ਅਗਲੀਆਂ ਵੀ ਆਕੂਪਾਈ ਪਿਛਲੀ ਵੀ ਕੋਈ ਫਿਰ ਪਿੱਛੇ ਵਾਲਾ ਰਹਿ ਜਾਏਗਾ। ਇਹ ਹਰੇਕ ਟਾਈਮ ਰਿਪੀਟ ਹੁੰਦਾ ਕਿ ਇਹ ਲੂਪ ਨੂੰ ਤੋੜਨਾ ਪੈਣਾ। ਇਹ ਲੂਪ ਤਾਂ ਹੀ ਟੁੱਟੇਗਾ ਜੇਕਰ ਇਹ ਕੁਝ ਕਰਨਗੇ। ਜੀ ਕੁਝ ਔਰਤਾਂ ਵੀ ਨੇ ਤੁਹਾਡੇ ਪਿੱਛੇ, ਉਹਨਾਂ ਨਾਲ ਵੀ ਗੱਲ ਕਰਨੀ ਚਾਹੂੰਗੀ ਮੈਂ ਜ਼ਰੂਰ। ਹਾਂਜੀ ਮੈਮ, ਕਿੱਥੋਂ ਆਏ ਹੋ ਤੁਸੀਂ? ਮੈਮ ਬਠਿੰਡਾ ਤੋਂ। ਕੀ ਮੰਗ ਲੈ ਕੇ ਆਏ ਹੋ ਜੀ? ਮੈਮ ਕੋਆਪਰੇਟਿਵ ਬੈਂਕ ਲਈ। ਕੋਆਪਰੇਟਿਵ ਬੈਂਕ ਤੁਸੀਂ ਵੀ ਇਹਨਾਂ ਦੇ ਨਾਲ ਹੀ ਕੀਤਾ ਸੀਗਾ? ਬਿਲਕੁਲ। ਠੀਕ ਹੈ, ਤੇ ਅਜੇ ਤੱਕ ਤੁਹਾਨੂੰ ਅਪਾਇੰਟਮੈਂਟ ਲੈਟਰਸ ਨਹੀਂ ਮਿਲੇ? ਕੋਈ ਕੁਝ ਵੀ ਨਹੀਂ ਮਿਲਿਆ। ਔਰ ਇੱਕ ਤਾਂ ਕੁੜੀ ਦੇ, ਤੁਸੀਂ ਮੰਨੋਗੇ ਨਹੀਂ, ਮੋਨੀਆ ਨਾਮ ਦੀ ਕੁੜੀ ਸੀ, ਉਹਦੇ ਮੈਨੂੰ ਲੱਗਦਾ ਕਲਰਕ ਵਿੱਚ ਕਿੰਨੇ ਨੰਬਰ ਸੀ, ਜਿੰਨੇ ਵੀ ਸੀ, ਲੇਕਿਨ ਉਹ ਕੁੜੀ ਨੇ ਇੰਨੀ ਸਿਫਾਰਿਸ਼ ਲਵਾ ਕੇ ਅੱਜ ਮੈਨੇਜਰ ਬਣੀ ਆ। ਉਹ ਕੋਈ ਉਹਦੇ ਲਈ ਹੈ, ਸਾਡੇ 73 ਪੁਆਇੰਟ ਨੰਬਰ ਹੈ, ਕੁਝ ਨਹੀਂ ਮਿਲ ਰਿਹਾ ਸਾਨੂੰ। ਇਹ ਮੈਡਮ ਦਰਦ ਆ, ਜੇ ਕੁੜੀਆਂ ਦੇ ਦਿਲ ਦਾ ਦਰਦ ਆ। ਸਵੇਰ ਤੋਂ ਇਹ ਆਈ ਆ 6 ਵਜੇ ਚੱਲ ਕੇ, ਤੇ ਮੈਂ ਇੱਕ ਸੁਨੇਹਾ ਮਾਨ ਸਾਹਿਬ ਨੂੰ ਦੇਣਾ ਚਾਹੂੰਗਾ ਕਿ ਉਹ ਕਹਿੰਦੇ ਨੇ ਰੰਗਲਾ ਪੰਜਾਬ ਬਣਾਉਣਾ, ਠੀਕ ਹੈ, ਤਾਂ ਸਾਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਓ, ਅਸੀਂ ਵੀ ਬਣਾਂਗੇ ਤੇ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਨੌਜਵਾਨਾਂ ਨੂੰ। ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਇੱਥੇ ਜ਼ਿਆਦਾਤਰ ਉਹ ਨੇ ਜਿਨ੍ਹਾਂ ਨੂੰ ਅਪਾਇੰਟਮੈਂਟ ਲੈਟਰ ਨਹੀਂ ਦਿੱਤੇ ਗਏ, ਜਿਨ੍ਹਾਂ ਨੇ ਨੌਕਰੀਆਂ ਵਾਸਤੇ ਅਪਲਾਈ ਕੀਤਾ ਤੇ ਨੌਕਰੀਆਂ ਵਾਸਤੇ ਜਿਹੜੀ ਵੀ ਐਲੀਜੀਬਿਲਟੀ ਬਣਦੀ ਸੀ ਉਸ ਨੂੰ ਵੀ ਪਾਸ ਕੀਤਾ, ਫਿਰ ਵੀ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਹਜੇ ਤੱਕ ਨਹੀਂ ਦਿੱਤੇ ਗਏ। ਵੇਟਿੰਗ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ। ਕੁਝ ਨੌਜਵਾਨ ਵੀ ਨੇ, ਔਰਤਾਂ ਵੀ ਨੇ, ਬਹੁਤ ਸਾਰਾ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਸਾਨੂੰ ਵੇਟਿੰਗ ਦੇ ਵਿੱਚ ਰੱਖਿਆ ਹੋਇਆ ਤੇ ਨਾਲ ਹੀ ਸਾਨੂੰ ਜਿਹੜਾ ਕੀ ਹੈ ਕਿ ਗਰਮੀ ਦੇ ਵਿੱਚ ਬਿਠਾਇਆ ਹੋਇਆ। ਇੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਲੋਕ ਹੈ ਗਰਮੀ ਦੇ ਵਿੱਚ ਖੜੇ ਹੋਏ ਨੇ ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ। ਅਸੀਂ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਇੱਥੇ ਜਾਣਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਲੋਕ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋ ਤੁਸੀਂ? ਅਸੀਂ ਪਿੰਡ ਖੜਕ ਸਿੰਘ ਵਾਲਾ ਤੋਂ, ਜ਼ਿਲ੍ਹਾ ਮਾਨਸਾ ਤੋਂ ਜੀ। ਓਕੇ, ਕਿਹੜੀਆਂ ਮੰਗਾਂ ਲੈ ਕੇ ਇੱਥੇ ਪਹੁੰਚੇ ਹੋ ਅੱਜ? ਮੈਮ ਸਾਡੀ ਕੋਈ ਮੰਗ ਹੈ ਵੇਟਿੰਗ ਲਿਸਟ ਦੀ ਪੰਜਾਬ ਪੁਲਿਸ ਦੇ ਰਿਗਾਰਡਿੰਗ। ਜੋ ਇਹ ਭਰਤੀਆਂ ਚੱਲ ਰਹੀਆਂ ਸੀ ਪਹਿਲਾਂ ਆਪਣੇ ਕਾਂਗਰਸ ਦੇ ਟਾਈਮ 'ਤੇ, ਉਹਨਾਂ ਨੇ ਭਰਤੀਆਂ ਕੱਢੀਆਂ ਸੀਗੀਆਂ ਤੇ ਉਹ ਮਿਲ ਜੁਲ ਕੇ ਚੱਲ ਰਹੀਆਂ ਨੇ, ਤਾਂ ਕਿ ਸਾਰੇ ਮਿਕਸ ਹੋ ਕੇ ਇਹ ਵੇਟਿੰਗ ਲਿਸਟ ਜਾਰੀ ਕਰਨ ਦੇ। ਤੁਹਾਡੀ ਕੋਈ ਜਥੇਬੰਦੀ ਅੰਦਰ ਵੀ ਗਈ ਹੈ ਜਿਹੜੀ ਗੱਲ ਕਰਨ ਲਈ? ਗਏ ਨਹੀਂ, ਦੋ ਬੰਦੇ ਗਏ ਜੀ। ਅਜੇ ਅੰਦਰ ਹੀ ਨੇ ਜਾਂ ਉਹਨਾਂ ਨੇ ਗੱਲ ਕਰ ਲਈ ਹੈ? ਅਜੇ ਮੈਮ ਅੰਦਰ ਹੀ ਨੇ। ਹਾਂਜੀ। ਆਸ ਲੱਗਦੀ ਹੈ ਕਿਸੇ ਤਰ੍ਹਾਂ ਦੀ ਕਿ ਕੰਮ ਹੋ ਜਾਏਗਾ ਅੱਜ? ਦੇਖੋ ਜੀ, ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਬਣੀ ਆਸ ਤਾਂ ਵੱਜੀ ਉਦੋਂ ਤੋਂ। ਬਾਕੀ ਅੱਜ ਮੀਟਿੰਗ ਚੱਲ ਰਹੀ ਹੈ, ਸਾਡੇ ਦੋ ਬੰਦੇ ਅੰਦਰ ਗਏ ਹੋਏ ਇਹਨਾਂ ਦੇ ਆਉਣ ਤੋਂ ਹੀ ਅਸੀਂ ਦੱਸ ਸਕਦੇ ਹਾਂ ਕੀ ਕਿਹਾ ਮਾਨ ਸਾਹਿਬ ਨੇ। ਸਾਡੀ ਮੇਨ ਮੰਗ ਇਹ ਹੈ ਵੀ ਜਿੰਨੀਆਂ ਵੀ ਭਰਤੀਆਂ ਪਿਛਲੀ ਸਰਕਾਰ ਨੇ ਕੱਢੀਆਂ ਸੀ ਉਹ ਭਰਤੀਆਂ ਨੂੰ ਤਰਤੀਬਵਾਰ ਪੂਰਾ ਕੀਤਾ ਜਾਵੇ ਤੇ ਜਿਹੜੀਆਂ ਭਰਤੀਆਂ, ਹਰੇਕ ਭਰਤੀ ਦੀ ਵੇਟਿੰਗ ਲਿਸਟ ਹੋਣੀ ਚਾਹੀਦੀ ਹੈ। ਪਹਿਲਾਂ ਵਾਲੀ ਸਰਕਾਰ ਨੇ ਵੇਟਿੰਗ ਲਿਸਟ ਦੇਣ ਤੋਂ ਮਨਾ ਕੀਤਾ ਸੀਗਾ ਵੀ ਅਸੀਂ ਵੇਟਿੰਗ ਲਿਸਟ ਨਹੀਂ ਦੇ ਸਕਦੇ। ਉਹ ਤਾਂ ਸੀ ਜੇ ਉਹ ਭਰਤੀਆਂ ਨੂੰ ਸਿਰੇ ਤਰਤੀਬਵਾਰ ਪੂਰਾ ਕਰਦੇ, ਉਹਨਾਂ ਨੇ ਤਰਤੀਬਵਾਰ ਤਾਂ ਉਹ ਭਰਤੀਆਂ ਨੂੰ ਪੂਰਾ ਨਹੀਂ ਕੀਤਾ। ਤੋ ਇਸ ਕਰਕੇ ਉਹ ਸਾਰੇ ਜਿਹੜੇ ਬੱਚੇ ਪਟਵਾਰੀ ਆ, ਐਕਸਾਈਜ਼ ਇੰਸਪੈਕਟਰ ਆ, ਕੋਈ ਵੀ ਮਹਿਕਮੇ 'ਚ ਉਹੀ ਬੱਚੇ ਹਰ ਜਗ੍ਹਾ ਸਿਲੈਕਸ਼ਨ ਨੇ। ਜੋ ਭਰਤੀਆਂ ਤਰਤੀਬਵਾਰ ਪੂਰੀਆਂ ਹੋ ਜਾਣ ਤਾਂ ਉਹ ਹੋਰ ਨਵੇਂ ਬੱਚਿਆਂ ਨੂੰ ਰੁਜ਼ਗਾਰ ਮਿਲ ਸਕਦਾ ਜਿਹੜੇ ਉਹਨਾਂ ਤੋਂ ਬਾਹਰ ਹੋ ਗਏ ਨੇ। ਜੀ, ਕਿੰਨੇ ਸਮੇਂ ਤੋਂ ਤੁਸੀਂ ਇਸ ਚੀਜ਼ ਲਈ ਵੇਟ ਕਰ ਰਹੇ ਹੋ? ਅਸੀਂ 10 ਜਨਵਰੀ ਤੋਂ ਸਾਡਾ ਪ੍ਰੋਟੈਸਟ ਚੱਲ ਰਿਹਾ ਸੀ, ਹਾਈ ਕੋਰਟ 'ਚ ਵੀ ਕੇਸ ਕੀਤਾ ਸੀਗਾ ਉਸ ਟਾਈਮ ਤੋਂ। ਉਸ ਤੋਂ ਬਾਅਦ ਅਸੀਂ ਫਿਰ ਵੋਟਾਂ ਦੇ ਟਾਈਮ ਅਸੀਂ ਮਾਨ ਸਾਹਿਬ ਦੇ ਜਿੰਨੇ ਵੀ ਐਮਐਲਏ ਉਹਨਾਂ ਸਾਰਿਆਂ ਨੂੰ ਅਸੀਂ ਮੰਗ ਪੱਤਰ ਦਿੱਤਾ ਸੀਗਾ ਇਹ। ਜੀ, ਇਸ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਮਾਨ ਸਾਹਿਬ ਨੇ ਹੁਣੇ 25,000 ਨੌਕਰੀਆਂ ਕੱਢੀਆਂ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਹੋਰ ਵੀ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਦਾ ਕੋਈ ਆਸ ਮਿਲੂਗੀ? ਬਹੁਤ ਵਧੀਆ ਫੈਸਲਾ ਲਿਆ ਜੀ ਉਹਨਾਂ ਨੇ, ਪਰ ਚੱਕਰ ਉਹੀ ਹੈ ਨਾ ਵੀ ਜਿਹੜੇ ਹੁਣ ਵੇਟਿੰਗ ਲਿਸਟ 'ਚ ਬੈਠੇ ਆ, ਜੇ ਇਹਨਾਂ ਨੂੰ ਨਹੀਂ ਹੁਣ ਨੌਕਰੀ ਮਿਲਦੀ, ਇਹੋ ਬੱਚੇ ਦੁਬਾਰਾ 25,000 'ਚ ਫਿਰ ਅਪੀਅਰ ਹੋਣਗੇ, ਫਿਰ ਇਹ ਦੂਜੇ ਬੱਚਿਆਂ ਦੀ ਵੀ ਸੀਟ ਖਰਾਬ। ਇਹਨਾਂ ਨੂੰ ਜੇ ਹੁਣ ਨੌਕਰੀ ਮਿਲਦੀ ਆ ਤੇ ਬਾਅਦ ਵਿੱਚ ਉਹ ਸੀਟਾਂ ਉੱਧਰ ਖਾਲੀ ਹੋਣਗੀਆਂ, ਉਹਨਾਂ ਨੂੰ ਦੂਜੇ ਰੁਜ਼ਗਾਰ ਜਿਹੜੇ ਬੇਰੁਜ਼ਗਾਰ ਦੂਜਿਆਂ ਨੂੰ ਉਹਨਾਂ ਨੂੰ ਮੌਕਾ ਮਿਲੂਗਾ ਜੀ। ਫੈਸਲਾ ਬਹੁਤ ਵਧੀਆ, ਪਰ ਵੇਟਿੰਗ ਲਿਸਟ ਉਹਨਾਂ ਨੂੰ ਜ਼ਰੂਰ ਕਲੀਅਰ ਕਰਨੀ ਚਾਹੀਦੀ। ਮਾਨ ਸਾਹਿਬ ਨੂੰ ਸਾਡੀ ਰਿਕੁਐਸਟ ਹੈ, ਇਹ ਰਿਕੁਐਸਟ ਸੁਣਨੀ ਚਾਹੀਦੀ ਹੈ ਜੀ ਉਹਨਾਂ ਨੂੰ। ਜਿਸ ਤਰ੍ਹਾਂ ਕਿ ਤੁਸੀਂ ਸੁਣਿਆ, ਸਾਫ਼ ਤੌਰ ਤੋਂ ਸਿਰਫ ਇਹੀ ਗੱਲ ਕਹੀ ਜਾ ਰਹੀ ਹੈ ਕਿ ਵੇਟਿੰਗ ਲਿਸਟ ਜਿਹੜੀ ਉਹਨੂੰ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੇ ਨਾਲ ਜਿਹੜੇ ਦੂਜੇ ਬੱਚੇ ਨੇ ਉਹ ਬਹੁਤ ਪ੍ਰਭਾਵਿਤ ਹੁੰਦੇ ਨੇ। ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਹੈ ਉਹ ਸਿਰਫ ਬੇਰੁਜ਼ਗਾਰੀ ਤੇ ਨਸ਼ਿਆਂ ਨੇ ਮਾਰ ਖਾਈ ਹੈ ਤੇ ਹੁਣ ਜਿਹੜਾ ਇੱਕ ਨਵੇਂ ਪੰਜਾਬ ਦੀ ਸਿਰਜਣਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੇਖਣਾ ਬਣਦਾ ਹੋਵੇਗਾ ਕਿ ਹੁਣ ਨੌਜਵਾਨਾਂ ਦੀ ਕਿੰਨੀ ਕੁ ਸੁਣੀ ਜਾਵੇਗੀ, ਕਿਉਂਕਿ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਢਾਹ ਜਿਹੜੀ ਸਭ ਤੋਂ ਵੱਡੀ ਲੱਗੀ ਹੋਈ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਫੈਸਲੇ ਆਮ ਆਦਮੀ ਪਾਰਟੀ ਦੇ ਵੱਲੋਂ ਲਏ ਜਾਂਦੇ ਨੇ। ਕੈਮਰਾਮੈਨ ਮੋਹਨ ਸਿੰਘ ਦੇ ਨਾਲ ਮੈਂ ਸਿਮਰਨ, ਸਤਿ ਸ਼੍ਰੀ ਅਕਾਲ।